ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾਹ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ ਮਾਰੂ ਸੋਲ੍ਹੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਦਿਸੈ ਸੋ ਏਕੋ ਤੂੰ ਹੈ। ਬਾਣੀ ਤੇਰੀ ਸ਼ਰਵਣ ਸੁਣੀਐ, ਜੋ ਦਿਸੈ ਸੋ ਏਕੋ ਤੂੰ ਹੈ। ਬਾਣੀ ਤੇਰੀ ਸ਼ਰਵਣ ਸੁਣੀਐ, ਦੂਜੀ ਅਵਰ ਨ ਜਾਪ ਸਕਾਈ। ਸਗਲ ਤੁਮਾਰੀ ਧਾਰਣਾ, ਆਪ ਚਿਤਾਰੇ ਆਪਣਾ ਕੀਆ। ਆਪੇ ਆਪ ਆਪ ਪ੍ਰਭ ਥੀਆ, ਆਪ ਉਪਾਏ ਰਚਿਉਨ ਪਸਾਰਾ। ਆਪੇ ਘਟ ਘਟ ਸਾਰਣਾ, ਇੱਕ ਉਪਾਏ ਵੱਡ ਦਰਬਾਰੀ। ਇੱਕ ਉਦਾਸੀ ਇੱਕ ਘਰ ਬਾਰੀ, ਇੱਕ ਭੂਖੇ ਇੱਕ ਤ੍ਰਿਪਤ ਉਗਾਏ। ਸਭ ਸੈ ਤੇਰਾ ਪਾਰਨਾ, ਆਪੇ ਸਤ 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 ਸਾਚਾ। ਓਤ ਪੋਤ ਭਗਤਨ ਸੰਗ ਰਾਚਾ, ਆਪੇ ਗੁਪਤ ਆਪੇ ਹੈ ਪ੍ਰਗਟ। ਆਪਣਾ ਆਪ ਪਸਾਰਨਾ, ਸਦਾ ਸਦਾ ਸਦ ਹੋਵਣ ਹਾਰਾ। ਉੱਚਾ ਅਗਮ ਅਥਾਹੁ ਅਪਾਰਾ, ਊਣੇ ਭਰੇ ਭਰੇ ਭਰ ਊਣੇ। ਇਹ ਚਲਤ ਸੁਆਮੀ ਕੇ ਕਾਰਣਾ, ਮੁਖ ਸਾਲਾਹੀ ਸੱਚੇ ਸ਼ਾਹ। ਨੈਣੀ ਪੇਖਾ ਅਗਮ ਅਥਾਹ, ਕਰਨੀ ਸੁਣ ਸੁਣ ਮਨ ਤਨ ਹਰਿਆ। ਮੇਰੇ ਸਾਹਿਬ ਸਗਲ ਉਦਾਹਰਣਾ, ਕਰ ਕਰ ਵੇਖੈ ਕੀਤਾ ਆਪਣਾ। ਜੀ ਜੰਤ ਸੋਈ ਹੈ ਜਪਣਾ, ਆਪਣੀ ਕੁਦਰਤ ਆਪੇ ਜਾਣੈ। ਨਦਰੀ ਨਦਰ ਨਿਹਾਲਣਾ, ਸੰਤ ਸਭਾ ਜਹ ਬੈਸੈ ਪ੍ਰਭ ਪਾਸੇ। ਆਨੰਦ ਮੰਗਲ ਹਰ ਚਲਤ ਤਮਾਸ਼ੇ। ਗੁਣ ਗਾਵੈ ਅਨਹਦ ਧੁਨ ਬਾਣੀ,
ਤਹ ਨਾਨਕ ਦਾਸ ਚਿਤਾਰਣਾ ਗੁਣ ਗਾਵੇ ਅਨਹਦ ਧੁਨ ਬਾਣੀ ਤਹ ਨਾਨਕ ਦਾਸ ਚਿਤਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਜੇ ਸ਼ਬਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਇਸ ਦੇ 16 ਬੰਦ ਨੇ। 8 ਬੰਦਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਇਹਨਾਂ 8 ਬੰਦਾਂ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ। ਆਓ ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਗੁਰਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਜਬ ਲੋ ਨਹੀਂ ਭਾਗਲ ਲਾਰੇ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹਿ ਆਇਓ। ਸੁਕਉ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ। ਮਾਰੂ ਸੋਲਹੇ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜੋ ਦਿਸੈ ਸੋ ਏਕੋ ਤੂ ਹੈ। ਬਾਣੀ ਤੇਰੀ ਸ਼ਰਵਣ ਸੁਣੀਐ, ਦੂਜੀ ਅਵਰ ਨਾ ਜਾਪ ਸਕਾਈ। ਸਗਲ ਤੁਮਾਰੀ ਧਾਰਨਾ, ਜੋ ਦਿਸੈ ਸੋ ਏਕੋ ਤੂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਦੀਨ ਦੁਨੀਆ ਦੇ ਮਾਲਕ, ਕਰਨ ਕਾਰਨ ਸਮਰੱਥ, ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਸਹਿਤ, ਭਾਵਨਾ ਸਹਿਤ ਗੁਰੂ ਕੀਆਂ ਸਿੱਖ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਇਹ ਸਤਿਗੁਰੂ ਜੀ ਦੀ ਮਹਾਨ ਕਿਰਪਾ ਹੋਈ ਹੈ। ਗੁਰਦੇਵ ਦੀ ਕਿਰਪਾ ਤੋਂ ਬਿਨਾਂ ਅਸੀਂ ਆਪਣੀ ਲਿਆਕਤ ਨਾਲ, ਆਪਣੀ ਸਮਝ ਨਾਲ, ਆਪਣੀ ਮਾਇਆ ਨਾਲ, ਆਪਣੀ ਸੋਚ ਨਾਲ, ਆਪਣੇ ਸਾਧਨਾ ਨਾਲ ਇਹ ਸਮਾਂ ਪ੍ਰਾਪਤ ਨਹੀਂ ਕਰ ਸਕਦੇ। ਕੇਵਲ ਤੇ ਕੇਵਲ ਗੁਰੂ ਦੀ ਬਖਸ਼ਿਸ਼ ਨਾਲ ਇਹ ਸਮਾਂ ਸੁਭਾਗ ਪ੍ਰਾਪਤ ਹੁੰਦਾ ਹੈ। ਆਪਣੇ ਜਨਮ ਦੀਆਂ तमाम ਘੜੀਆਂ ਵਿੱਚੋਂ ਇਹ ਪਵਿੱਤਰ ਘੜੀਆਂ ਨੇ ਗੁਰੂ ਕੇ ਲੇਖੇ ਵਿੱਚ ਜਿਹੜੀਆਂ ਲੱਗ ਜਾਣੀਆਂ, ਗੁਰੂ ਕੀ ਸੰਗਤ ਵਿੱਚ ਬੈਠ ਕੇ ਜਿਹੜੀਆਂ ਆਪਣੇ ਜੀਵਨ ਦੇ ਲੇਖੇ ਵਿੱਚ ਲੱਗ ਜਾਣੀਆਂ। ਇਸ ਲਈ ਮੁਬਾਰਕ ਹੈ ਸਮਾਂ ਸਭਨਾਂ ਲਈ। ਜਿਹੜਾ ਵੀ ਕਦਮ ਕਦਮ ਚੱਲ ਕੇ ਅਸੀਂ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ, ਇਹ ਸਤਿਗੁਰੂ ਦੀ ਬਖਸ਼ਿਸ਼ ਹੈ। ਧੰਨਵਾਦ ਹੈ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਬਹੁਤ ਸਾਰੀਆਂ ਸਿੱਖ ਸੰਗਤਾਂ ਦੂਰ ਦਰੇਡੇ ਬੈਠੀਆਂ, ਟਾਈਮ ਟੀਵੀ ਚੜ੍ਹਦੀ ਕਲਾ ਦੇ ਸਾਰੇ ਪ੍ਰਬੰਧਕਾਂ ਦੇ ਉਦਮ ਨਾਲ ਦੂਰ ਤੱਕ ਇਸ ਸਮਾਗਮ ਨੂੰ ਸੰਗਤਾਂ ਆਨੰਦ ਮਾਣਦੀਆਂ ਹਨ। ਸਤਿਗੁਰੂ ਦੀ ਰਹਿਮਤ ਹੋਈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ੇ। ਉਪਰੰਤ ਆਸਾ ਜੀ ਦੀ ਵਾਰ ਦੇ ਰਸ ਭਿੰਨੇ ਕੀਰਤਨ ਛਕਿਆਂ ਸੰਤਾਂ ਸਮੇਤ ਸੰਗਤਾਂ ਨੇ ਸਰਵਣ ਕੀਤੇ ਹਨ। ਬਹੁਤ ਹੀ ਪ੍ਰੇਮ ਨਾਲ ਰਾਗੀ ਜਥੇ ਨੇ ਆਪਾਂ ਨੂੰ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਾ ਕੇ ਨਿਹਾਲ ਕੀਤਾ ਹੈ। ਸਾਧ ਸੰਗਤ ਜੀ, ਹੁਣ ਇੱਥੋਂ ਦੇ ਸਮੇਂ ਮੁਤਾਬਕ ਪ੍ਰਚਲਿਤ ਮਰਜ਼ਾਦਾ ਅਨੁਸਾਰ ਗੁਰੂ ਕੀ ਬਾਣੀ ਦੀ ਕਥਾ ਹੋਣੀ। ਸੁਣ ਹਰ ਕਥਾ ਉਤਾਰੀ ਮੈਲ, ਉਹ ਕਥਾ ਜਿਹੜੀ ਕਥਾ ਸੁਣ ਕੇ ਮਨ ਦੀ ਮੈਲ ਲੈ ਜਾਂਦੀ ਹੈ। ਮਹਾਂਪੁਰਖ ਦੱਸਿਆ ਕਰਦੇ ਸਨ ਕਿ ਭਾਈ ਜਿਹੜਾ ਕੀਰਤਨ ਹੈ ਇਹ ਇੱਕ ਬਰਸਾਤ ਦੀ ਨਿਆਈ ਹੈ, ਜਿਹੜੀ ਉੱਚੇ ਨੀਵੇਂ ਥਾਵਾਂ ਤੇ ਬਰਸਾਤ ਪੈਂਦੀ ਹੈ, ਸਭਨਾਂ ਨੂੰ ਹਰੇ ਭਰੇ ਕਰ ਦਿੰਦੀ ਹੈ। ਉਹਦੇ ਵਿੱਚ ਚੰਦਨ ਦੇ ਬੂਟੇ ਹੋਣ, ਉਹਨਾਂ ਤੇ ਬਰਸਾਤ ਪੈਂਦੀ ਆ। ਬਾਂਸ ਦੇ ਬੂਟੇ ਹੋਣ, ਉਹਨਾਂ ਤੇ ਵੀ ਪੈਂਦੀ ਆ, ਪਰ ਸੁਭਾਅ ਵੱਖਰੇ ਵੱਖਰੇ ਨੇ ਉਹਨਾਂ ਦੇ। ਪਰ ਬਰਸਾਤ ਸਭਨਾਂ ਦੀ ਸਫਾਈ ਕਰ ਦਿੰਦੀ ਆ। ਇਹ ਗੁਰੂ ਕੀ ਬਾਣੀ ਦਾ ਕੀਰਤਨ ਦੀ ਮਹੱਤਤਾ ਹੈ। ਤੇ ਜਿਹੜਾ ਝੜੀ ਦਾ ਮੀਂਹ ਪੈਣਾ, ਝੜੀ ਦਾ ਨਿੱਕੀ ਨਿੱਕੀ ਕਣੀ ਦਾ, ਜਿਹੜੇ ਟਿੱਬਿਆਂ ਦੇ ਉੱਪਰ ਵੀ ਬਰਸਾਤ ਸਿਮ ਸਿਮ ਕੇ ਠਹਿਰ ਜਾਂਦੀ ਹੈ, ਇਹ ਗੁਰੂ ਕੀ ਕਥਾ ਹੈ। ਕਥਾ ਤੇ ਕੀਰਤਨ ਦਾ ਬਹੁਤ ਵੱਡਾ ਸੁਮੇਲ ਹੈ। ਆਓ ਮਨ ਬਿਰਤੀਆਂ ਚਿੱਤ ਇਕਾਗਰ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਲਿਆਂ ਦੀ ਬਾਣੀ ਦਾ ਪਾਠ, ਜਿਹਨੂੰ ਆਮ ਤੌਰ ਤੇ ਰਾਗੀ ਸਿੰਘ, ਗ੍ਰੰਥੀ ਸਿੰਘ ਮਾਰੂ ਸੋਹਲੇ ਕਹਿੰਦੇ ਨੇ, ਇਸ ਦੀ ਕਥਾ ਵਿਚਾਰ ਚੱਲ ਰਹੀ ਹੈ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ। ਕਥਾ ਅਸੀਂ ਕਈ ਵਾਰ ਸੁਣੀ ਹੁੰਦੀ ਹੈ, ਕਈ ਵਾਰ ਗੁਰਮੁਖ ਪਿਆਰੇ ਨੇ ਪਹਿਲੀ ਵਾਰ ਸੁਣਨੀ ਹੁੰਦੀ ਹੈ। ਇਹ ਐਸੀ ਧੁਰਕੀ ਬਾਣੀ ਦੀ ਕਥਾ ਅਸੀਂ ਸੈਂਕੜੇ ਵਾਰ ਵੀ ਪੜ੍ਹੀ ਹੋਵੇ, ਸੁਣੀ ਹੋਵੇ, ਪਰ ਜਦੋਂ ਗੁਰੂ ਕੀ ਕਥਾ ਸੁਣਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਐਸੀ ਕਿਰਪਾ ਕਰਨੀ ਹੈ, ਸਾਨੂੰ ਕਿਤੇ ਨਾ ਕਿਤੇ ਨਵੇਂ ਥਾਂ ਤੋਂ ਟੁੰਬ ਜਾਣਾ, ਕੋਈ ਨਾ ਕੋਈ ਨਵਾਂ ਉਪਦੇਸ਼ ਸਾਡੇ ਹਿਰਦੇ 'ਚ ਛੱਡ ਜਾਣਾ। ਸਾਡੀ ਸਿੱਖਿਆ ਵਾਸਤੇ, ਹਮੇਸ਼ਾ ਸਦੀਵ ਸਿੱਖਿਆ ਵਾਸਤੇ ਗੁਰੂ ਕੀ ਬਾਣੀ ਹੈ। ਆਪਾਂ ਨਹੀਂ ਕਹਿ ਸਕਦੇ ਕਿ ਨਹੀਂ ਅਸੀਂ ਤੇ ਬਹੁਤ ਵਾਰੀ ਕਥਾ ਸੁਣੀ ਆ। ਨਹੀਂ ਭਾਈ, ਇਹ ਤੇ ਗੁਰੂ ਕੀ ਬਾਣੀ ਦਾ ਨਿਯਮ ਸੰਗਤ ਵਿੱਚ ਨਿਤ ਆਉਣ ਲਈ ਕਿਉਂ ਕਿਹਾ ਭਾਈ? ਇਸੇ ਵਾਸਤੇ ਹੀ ਕਿਹਾ ਹੈ। ਸੋ ਜਿਵੇਂ ਜਿਵੇਂ ਅਸੀਂ
मन के टिकाव नाल यतन करांगे कि असीं गुरु की बाणी दे अर्थ सुणीए, कथा सुणीए, धन गुरु अर्जन साहब सच्चे पातशाह जी की उवें ही साडे ते बहुत ही किरपा होवेगी। कई गुरमुख प्यारे नाम रसीए अमृत वेले दे धारनी, अमृत वेले उठ के वाहिगुरु सिमरन करन वाले गुरु कीआं रूहां हुंदियां। जदों असीं उन्हां दे नेड़े बैठदे हां उन्हां दा असर साडे ते भी पैंदा ते साडे सारिਆਂ उपर धन गुरु ग्रंथ साहब जी का असर पैंदा है। इसे वास्ते सतगुरु ने साडे भरम तोड़े। संगत ये नहीं कि कोई मेले विच इकट्ठे हो गए उन्होंने भी संगत कह दिओ, किते बाजार विच इकट्ठे हो गए उन्होंने भी संगत कह दिओ। जह सतगुर तह सत संग बनाई। जिथे सतगुरु धन गुरु ग्रंथ साहब जी प्रकाशवान ने ते उत्थे शरधावान वाले संत महापुरख गुरु के श्रद्धालु सिख नाम रसीए अभ्यासी आके बैठते ने ते वो फिर संगत विच बहन का वखरा आनंद है। वो असीं कई बार अनुभव नहीं कर सकते कि इहदा सानू लाभ की हो रहा, क्योंकि उस स्थान ते महाराज सच्चे पातशाह जी बाणी विच फरमाउंदे आ ना, जिथे जाए बहा मेरा सतगुरु सो थान सुहावा राम राजे। वो स्थान ही शोभनीक हो जाता है। ते जिथे इहो जे गुरु के सिख आके सजे होण ते वो तां भाई थां होर भी सतगुरु पातशाह की रहमत का सदका होर भी पवित्र हो जाता है। ते आओ इस स्थान में अपनियां बिरतियां नूं उजागर करने वास्ते सब तो पहला वाहिगुरु का सिमरन करिए। सतगुरु जी सारियां ते रहमत करनगे। वाहिगुरु 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 वाहिगुरु। आओ धन गुरु अर्जन साहब सच्चे पातशाह जी जो कृपा कर रहे हैं वो कथा नूं सरन करने वास्ते एक बारी सारी संगत गज के फतेह बुलाओ। वाहिगुरु जी का खालसा वाहिगुरु जी की फतेह। वाहिगुरु जी मारू सोलहे महला पंजवा। एक ओंकार सतगुर प्रसाद। मारू सोलियां दे विच बाणी दा सिरलेख है। धन गुरु अर्जन साहब सच्चे पातशाह जी कृपा करते ने। एक ओंकार सतगुर प्रसाद, जिहड़ा एक अकाल पुरख वाहिगुरु है जिसका ओंकार, जिहड़ा महाराज ने एक दे नाल ओंग शब्द पहला सनातन धर्म दे विच भी मन्निया गया सी। ये 72 प्रकार का ओंग सी। ओनम ओवंग इहदियां भेद सन 72 प्रकार दे। धन गुरु नानक साहब सच्चे पातशाह जी ने कृपा की इस दी अगे एक ला दिता। एक भी परमात्मा एक है, उसदे ही नाम ने। ते फिर जिहड़ी इहदे उपर कार लाई ना, कार मुकदी नहीं, किते कार जुड़दी नहीं थल्ले आके। साध संगत जी बड़े वड्डे अर्थ ने। जदों आपां किसी संप्रदाय महापुरख कोल पढ़ांगे ना तो इस कार दे अर्थ करन लग्गिया भी समा लगेगा, समझन लग्गिया भी समा लगेगा भी जिहड़ी ऊड़े दे उपर खुले मूँह वाली कार लगी आ उहदे की अर्थ ने। ये अकाल पुरख वाहिगुरु जिहड़ा एक है, जिहदे मूहरे एक लगा है, वो एक अकाल पुरख वाहिगुरु है जिस दे पसारे का अंत नहीं। अज दे शब्द विच महाराज जिस दी व्याख्या करनगे, वो जिस दी कोई
ਵਿਆਖਿਆ ਨਹੀਂ ਕਰ ਸਕਦਾ, ਜਿਸ ਦੇ ਪਾਰਾਵਾਰ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਸ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਪਾ ਸਕਦਾ, ਜਿਸ ਦੀਆਂ ਸਾਡੀਆਂ ਇੰਦਰੀਆਂ ਸੁਰਤੀ ਬਿਰਤੀ ਦੇ ਨਾਲ ਉਸ ਨੂੰ ਨਹੀਂ ਲੱਗ ਸਕਦੀਆਂ, ਤੇ ਉਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਹਿਮਤ ਦੇ ਨਾਲ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਦਿਸੈ ਸੋ ਏਕੋ ਤੂ ਹੈ। ਜੋ ਦੁਨੀਆ ਦੇ ਵਿੱਚ ਦਿਸ ਰਿਹਾ ਹੈ ਨਾ, ਉਹ ਪਰਮਾਤਮਾ ਤੋਂ ਹੀ ਹੈ। ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਪਰਮਾਤਮਾ ਕਿਹੋ ਜਿਹਾ ਹੈ, ਉਹ ਕਿਵੇਂ ਦੇਖਿਆ ਜਾ ਸਕਦਾ ਹੈ? ਭਗਤ ਨਾਮਦੇਵ ਜੀ ਕਹਿੰਦੇ ਵੀ ਪ੍ਰਮਾਤਮਾ ਹੀ ਤੇ ਆਪਾਂ ਨੂੰ ਦੇਖ ਰਿਹਾ ਹੈ। ਆਪਾਂ ਜੋ ਕੁਝ ਦੇਖ ਰਹੇ ਹਾਂ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਦੇਖ ਰਹੇ ਹਾਂ। ਆਪਣੇ ਵਿੱਚ ਬੈਠ ਕੇ ਪ੍ਰਮਾਤਮਾ ਹੀ ਦੇਖ ਰਿਹਾ ਹੈ। ਹੁਣ ਇਸ ਭੇਦ ਨੂੰ ਸਮਝਣ ਵਾਸਤੇ ਉਹਨਾਂ ਨੇ ਫਿਰ ਦ੍ਰਿਸ਼ਟਾਂਤ ਦਿੱਤਾ। ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲੇ ਐਸਾ। ਕਹਿੰਦੇ ਜਿਵੇਂ ਪੁਲ ਦੇ ਉੱਪਰ ਖੜ ਕੇ ਨਦੀ ਦਾ ਸਾਫ਼ ਪਾਣੀ ਹੋਵੇ ਤੇ ਉਹਦੇ ਵਿੱਚ ਆਪਣਾ ਪ੍ਰਤੀਬਿੰਬ ਦੇਖਦੇ ਆ ਨਾ, ਆਪਣੀ ਸ਼ਕਲ ਦੇਖ ਲੈਨੇ ਆ। ਤੇ ਹੋਰ ਵੀ ਦ੍ਰਿਸ਼ਟਾਂਤ ਦਿੱਤਾ, ਦਰਪਣ ਮਾਹੇ ਬਦਨ ਪ੍ਰਵਾਨੀ। ਕਹਿੰਦੇ ਜਿਵੇਂ ਪਰਤ ਕੇ ਸ਼ੀਸ਼ੇ ਦੇ ਵਿੱਚੋਂ ਆਪਣਾ ਪ੍ਰਤੀਬਿੰਬ ਦਿਸਦਾ ਹੈ, ਉਹ ਕੋਈ ਹੋਰ ਨਹੀਂ ਹੁੰਦਾ, ਹੁੰਨੇ ਆਪਾਂ ਖੁਦ ਹੀ ਆ, ਪਰ ਉਹ ਆਪਣੇ ਤੋਂ ਵੱਖਰਾ ਇੱਕ ਪ੍ਰਤੀਬਿੰਬ ਦਿੰਦਾ। ਭਾਵੇਂ ਆਪਾਂ ਨਦੀ ਕਿਨਾਰੇ ਕਿਸੇ ਪੁਲ ਦੇ ਉੱਪਰ ਖੜੇ ਹੋ ਕੇ ਦੇਖੀਏ ਤੇ ਨਦੀ ਦੇ ਥੱਲੇ ਆਪਣਾ ਇੱਕ ਹੋਰ ਆਕਾਰ ਦਿਸੇਗਾ, ਅਸਲ ਵਿੱਚ ਉਹ ਹੋਰ ਆਕਾਰ ਹੈ ਨਹੀਂ, ਹੈ ਆਪਣਾ ਹੀ ਆਕਾਰ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਿੰਨੀ ਦੁਨੀਆ ਦ੍ਰਿਸ਼ਟੀ ਦੇ ਵਿੱਚ ਆ ਰਹੀ ਹੈ, ਜੋ ਦ੍ਰਿਸ਼ਟਮਾਨ ਸਾਨੂੰ ਦਿਸ ਰਿਹਾ ਹੈ, ਅਸਲ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਹੀ ਸਰੂਪ ਹੈ। ਉਹਨਾਂ ਵਿੱਚ ਆਪ ਹੀ ਵਿਆਪਕ ਹੋ। ਬਾਣੀ ਤੇਰੀ ਸ਼ਰਾਵਣ ਸੁਣੀਐ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਕਿਰਪਾ ਕਰੋ, ਜੋ ਕੁਝ ਬੋਲਦੇ ਆ ਨਾ ਆਪਾਂ ਉਸ ਨੂੰ ਕਹਿੰਦੇ ਆ ਸ਼ਬਦ, ਸ਼ਬਦ ਤੋਂ ਬਣੀ ਬਾਣੀ। ਤੇ ਆਮ ਕਾਰ ਵਿਹਾਰ ਵਿੱਚ ਆਪਾਂ ਇਸ ਸ਼ਬਦ ਨੂੰ ਵਰਤਦੇ ਆ ਵੀ ਫਲਾਣੇ ਮਨੁੱਖ ਦੀ ਬੋਲ ਬਾਣੀ ਚੰਗੀ ਨਹੀਂ। ਤੇ ਜਿਹੜਾ ਆਪਣਾ ਕੋਈ ਖਾਸ ਮਿੱਤਰ ਹੋਵੇ ਉਹਨੂੰ ਆਪਾਂ ਸਮਝਾ ਵੀ ਦਿੰਨੇ ਆ ਵੀ ਮਿੱਤਰਾ ਤੂੰ ਆਪਣੀ ਬੋਲ ਬਾਣੀ ਸੁਧਾਰ, ਤੇਰੀ ਬੋਲ ਬਾਣੀ ਨਾਲ ਘਰ ਦੇ ਵਿੱਚ ਫਰਕ ਪੈ ਸਕਦਾ ਹੈ, ਸਮਾਜ ਵਿੱਚ ਫਰਕ ਪੈ ਸਕਦਾ ਹੈ। ਉਹ ਬੋਲਣ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਸ਼ਬਦਾਂ ਦੇ ਸੰਗ੍ਰਹਿ ਨੂੰ ਬਾਣੀ ਕਹਿੰਦੇ। ਫਿਰ ਫਰਕ ਕੀ ਹੈ ਭਾਈ? ਇੱਕ ਹੈ ਗੁਰਬਾਣੀ, ਇੱਕ ਹੈ ਬੋਲ ਬਾਣੀ। ਜਿਹੜੀ ਗੁਰਬਾਣੀ ਹੈ, ਜਿਹੜੀ ਗੁਰੂ ਦੇ ਮੁਖ ਦੇ ਵਿੱਚੋਂ ਉਚਾਰੀ ਗਈ, ਉਹਦੇ ਵਿੱਚੋਂ ਵੀ ਗਾਂ ਇੱਕ ਹੋਰ ਬਾਣੀ ਹੈ ਜਿਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਲਾਸਾ ਕਰ ਦਿੱਤਾ, ਜਿਹਦਾ ਨਖੇੜਾ ਕਰ ਦਿੱਤਾ। ਹੁਣ ਗੁਰੂ ਸਾਹਿਬ ਜੀ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਤੋਂ ਲੈ ਕੇ ਕਲਗੀਧਰ ਪਾਤਸ਼ਾਹੀ ਤੱਕ ਬੜੇ ਬਚਨ ਕੀਤੇ, ਬਹੁਤ ਬਚਨ ਕੀਤੇ, ਬੜੇ ਅਨਮੋਲ ਬਚਨ ਕੀਤੇ। ਸਾਡੀ ਜ਼ਿੰਦਗੀ ਦੇ ਉਧਾਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਭਰੇ ਬਚਨ ਕੀਤੇ, ਪਰ ਉਹ ਗੁਰਬਚਨ ਨੇ। ਇਹਦੇ ਤੇ ਵਿੱਚੋਂ ਇੱਕ ਹੋਰ ਬਾਣੀ ਆ। ਉਹ ਕਿਹੜੀ ਬਾਣੀ ਆ ਭਾਈ? ਮਹਾਰਾਜ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਾਣੀ ਗੁਰੂ, ਗੁਰੂ ਹੈ ਬਾਣੀ। ਇੱਕ ਇਹ ਬਾਣੀ ਆ, ਇਹ ਬਾਣੀ ਹੈ ਸਾਡਾ ਗੁਰੂ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਗੁਰਸਿੱਖ ਤੂੰ ਫਰਿਆਦ ਕਰੀ ਕਿ ਜੋ ਕੁਛ ਦਿਸਦਾ ਮਹਾਰਾਜ ਤੇਰਾ ਹੀ ਸਰੂਪ ਹੈ, ਤੇ ਫਿਰ ਰਹਿਮਤ ਕਰੀ ਇਹਦੇ ਵਿੱਚੋਂ ਜਿੰਨੇ ਪਸ਼ੂ ਪੰਛੀ ਬਨਸਪਤੀ, ਜਿੰਨੇ ਵਾਜੇ ਗਾਜੇ ਵੱਜਦੇ ਨੇ ਦੁਨੀਆ ਦੇ ਵਿੱਚੋਂ ਜੋ ਸ਼ਬਦ ਉਤਪੰਨ ਹੋ ਰਿਹਾ ਹੈ,
ਉਹਦੇ ਵਿੱਚੋਂ ਤੇਰੀ ਬਾਣੀ ਸਾਨੂੰ ਸੁਣੇ। ਜਿਹੜੇ ਇਹ ਸ਼ਬਦਾਂ ਦੇ ਬਣਾਏ ਹੋਏ ਗੰਦੇ ਗੀਤ ਨੇ, ਭੈੜੇ ਰਿਕਾਰਡ ਨੇ, ਅਸ਼ਲੀਲ ਗੱਲਾਂ ਨੇ, ਜਿਹੜੇ ਉੱਚੀ ਉੱਚੀ ਗਾ ਕੇ ਸਾਡਾ ਸਮਾਜ ਨਾਚ ਟਾਪ ਲੱਗ ਪਿਆ ਕਰਨ ਨਾਲ, ਕਹਿੰਦੇ ਇਹ ਸਾਡਾ ਵਿਰਸਾ ਹੈ, ਪੰਜਾਬੀ ਵਿਰਸਾ ਕਹਤਾ ਇਹਨੂੰ। ਉਹ ਨਹੀਂ ਭਲੇ, ਉਹ ਇਹ ਕਿੱਥੇ ਪੰਜਾਬੀ ਵਿਰਸਾ? ਪੰਜਾਬੀ ਵਿਰਸਾ ਇਹ ਨਹੀਂ ਹੈ ਕਿ ਤੁਸੀਂ ਗੰਦੀਆਂ ਬੋਲੀਆਂ ਗਾਓ ਤੇ ਨਾਲ ਨੱਚੋ, ਢੋਲ ਵਜਾਓ, ਇਹ ਪੰਜਾਬੀ ਵਿਰਸਾ ਹੋ ਗਿਆ। ਇਹਦੇ ਨਾਲ ਤਾਂ ਆਪਣੇ ਆਪ ਨੂੰ ਗਾਲ ਲਿਆ ਸੀ। ਸਾਡੀਆਂ ਧੀਆਂ, ਸਾਡੀਆਂ ਭੈਣਾਂ ਵਿੱਚ ਬੈਠਦੀਆਂ ਨੇ ਤੇ ਅਸੀਂ ਬੇਸ਼ਰਮੀ ਦੇ ਨਾਲ ਨੱਚਦੇ ਆ ਤੇ ਕਹਿੰਦੇ ਪੰਜਾਬੀ ਵਿਰਸਾ। ਨਹੀਂ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਬਾਣੀ ਤੇਰੀ ਸਿਮਰਨ ਸੁਣੀਜੈ, ਤੇਰੀ ਬਾਣੀ ਮਹਾਰਾਜ ਜਿਹੜੀ ਧੁਰ ਕੀ ਬਾਣੀ ਹੈ, ਕੰਨਾਂ ਦੇ ਵਿੱਚ ਸਾਡੇ ਉਹ ਆਵਾਜ਼ ਪਵੇ ਜੋ ਬੋਲਤ ਹੈ ਮ੍ਰਿਗ ਬੀਨ ਫਖੇਰੂ, ਸੋ ਬਿਰ ਜਾਪਤ ਹੈ ਨਹੀਂ ਹੋਰ। ਸਤਿਗੁਰੂ ਜੀ ਕਹਿੰਦੇ ਚਾਤਰਕ ਮੋਰ ਬੋਲਤ ਦਿਨ ਰਾਤੀ, ਸੁਣ ਕਣ ਹਰ ਕੀ ਘੋਰ। ਕਹਿੰਦੇ ਆਕਾਸ਼ ਵਿੱਚ ਗਾੜੇ ਬੱਦਲ ਹੋਏ ਹੋਣ ਤੇ ਬੱਦਲਾਂ ਦੀ ਗਰਜ ਦੇ ਨਾਲ ਮੋਰ ਬੋਲਦੇ ਨੇ, ਪਪੀਏ ਬੋਲਦੇ ਨੇ, ਪਰ ਕਹਿੰਦੇ ਸਾਨੂੰ ਉਹਨਾਂ ਦੀ ਆਵਾਜ਼ ਨਹੀਂ ਸੁਣਦੀ। ਜੋ ਬੋਲਤ ਹੈ ਮ੍ਰਿਗ ਮੀਨ ਪਖੇਰੋ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਉਹਦੇ ਵਿੱਚੋਂ ਜਾਪ ਕਿਸੇ ਦਾ ਹੋਰ ਨਹੀਂ, ਉਤੇ ਪਰਮਾਤਮਾ ਤੇਰੇ ਹੀ ਨਾਮ ਦਾ ਜਾਪ ਹੋ ਰਿਹਾ ਹੈ। ਸਿਆਣੇ ਕਹਿੰਦੇ ਨੇ ਕਿ ਇੱਕ ਵਾਰ ਇੱਕ ਸਾਧੂ ਸੁਬਾਹ ਅੰਮ੍ਰਿਤ ਵੇਲੇ ਉੱਠਿਆ, ਉਹ ਸਿਮਰਨ ਭਜਨ ਕਰਨ ਲਈ ਬਾਹਰ ਇਕਾਂਤ ਵਿੱਚ ਚੱਲਿਆ ਅੰਮ੍ਰਿਤ ਵੇਲੇ, ਤੇ ਇੱਕ ਕਿਰਤ ਕਰਨ ਵਾਲਾ ਹਾਲੀ, ਉਹਨੇ ਵੀ ਬਲਦਾਂ ਨੂੰ ਪੰਜਾਲੀ ਦਿੱਤੀ ਤੇ ਉਹ ਵੀ ਹਲ ਵਾਹੁਣ ਵਾਸਤੇ ਚੱਲਿਆ। ਤੇ ਇੱਕ ਪੰਸਾਰੀ ਡੱਗੀ ਲਾ ਕੇ ਜਿਹਨੇ ਸੌਦਾ ਵੇਚ ਕੇ ਘਰ ਦਾ ਰੁਜ਼ਗਾਰ ਚਲਾਉਣਾ, ਉਹ ਵੀ ਸਮੇਂ ਸਿਰ ਹੀ ਬਾਹਰ ਨਿਕਲਿਆ ਕਿ ਮੈਂ ਬਾਜ਼ਾਰ ਵਿੱਚੋਂ ਸੌਦਾ ਲਿਆਵਾਂ ਤੇ ਫਿਰ ਪਿੰਡਾਂ 'ਚ ਵੇਚਾਂਗਾ ਆ ਕੇ। ਤਿੰਨੇ ਥੋੜੀ ਥੋੜੀ ਵਿੱਥ ਤੇ ਜਾ ਰਹੇ ਨੇ। ਇੱਕ ਤਿੱਤਰ ਬੋਲਿਆ, ਅੰਮ੍ਰਿਤ ਵੇਲਾ ਹੈ, ਤੇ ਜਿਹੜਾ ਡੱਗੀ ਵਾਲਾ ਸੀ ਨਾ, ਜਿਹੜਾ ਪੰਸਾਰੀ ਸੀ, ਉਹ ਕਹਿੰਦਾ ਅਕਾਲ ਪੁਰਖ ਤੂੰ ਧੰਨ ਹੈ ਵੀ ਇਹ ਜਿਹੜਾ ਤਿੱਤਰ ਬੋਲ ਰਿਹਾ ਨਾ, ਇਹ ਵੀ ਮੈਨੂੰ ਸਮਝਾ ਰਿਹਾ ਵੀ ਤੇਰੇ ਕੋਲੇ ਲੂਣ, ਤੇਲ, ਅਦਰਕ ਲਿਆਉਣ ਵਾਲਾ ਹੈ। ਇਹ ਕਹਿ ਰਿਹਾ ਲੂਣ, ਤੇਲ, ਅਦਰਕ। ਤੇ ਜਿਹੜਾ ਭਲਵਾਨ ਜਾ ਰਿਹਾ ਸੀ, ਉਹ ਭਲਵਾਨ ਜਾ ਰਿਹਾ ਸੀ ਆਪਣੀ ਕਸਰਤ ਵਾਸਤੇ, ਦੌੜਾਂ ਲਾਉਣ ਨੂੰ ਸਵੇਰੇ ਸਵੇਰੇ। ਉਹ ਕਹਿੰਦਾ ਵਾਹ ਮਾਲਕਾ, ਇਹ ਜਿਹੜੇ ਪੰਛੀ ਬੋਲਦੇ ਨੇ ਇਹ ਮੈਨੂੰ ਹੀ ਸਿੱਖਿਆ ਦੇ ਰਹੇ ਨੇ। ਇਹ ਕੀ ਕਹਿ ਰਹੇ ਨੇ? ਕਹਿੰਦੇ ਖਾ ਘਿਓ ਕਰ ਕਸਰਤ। ਹੁਣ ਬੋਲਿਆ ਇੱਕੋ ਹੀ ਚੀਜ਼ ਹੈ। ਤੇ ਇੱਕ ਹਾਲੀ ਰੱਬ ਦਾ ਪਿਆਰਾ, ਬੰਦਗੀ ਵਾਲਾ, ਸਿਮਰਨ ਵਾਲਾ, ਉਹ ਇਕਾਂਤ ਵਿੱਚ ਜਾ ਰਿਹਾ ਹੈ। ਉਹ ਕਹਿੰਦਾ ਵਾਹ ਪਰਮੇਸ਼ਰ, ਮੈਂ ਤੇ ਲੇਟ ਹੋ ਗਿਆ। ਆ ਤੇਰੇ ਬਣਦੇ ਪੰਛੀ ਜਿਹੜੇ ਨੇ ਇਹ ਕਹਿ ਰਹੇ ਨੇ ਕਿ ਭਗਵਾਨ ਤੇਰੀ ਕੁਦਰਤ। ਪੰਛੀ ਕੋਈ ਸੀ, ਬੋਲਿਆ ਵੀ 21 ਵਾਰ, ਤੇ ਜੇ ਬਾਰ-ਬਾਰ ਬੋਲਦਾ ਤੇ ਇਹੀ ਬੋਲੀ ਬੋਲਦਾ ਹੈ, ਪਰ ਅਰਥ ਵੱਖਰੇ ਵੱਖਰੇ ਨੇ ਤਿੰਨਾਂ ਦੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਮੇਰੇ ਮੋਹਣ ਸ਼ਰਵਣੀ ਇਹ ਨਾ ਸੁਨਾਏ, ਸਾਗਤ ਗੀਤ ਗਾਵਤ ਤੁਨ ਗਾਵਤ, ਬੋਲਤ ਬੋਲ ਅਜਾਏ। ਕਹਿੰਦੇ ਮੇਰੇ ਕੰਨਾਂ 'ਚ ਉਹ ਬੋਲ ਹੀ ਨਾ ਪੈਣ ਜਿਹੜੇ ਸਾਗਤ ਲੋਕ ਝੂਠੇ ਤੇ ਭੈੜੇ ਬੋਲ ਬੋਲਦੇ ਨੇ। ਇਸ ਵਾਸਤੇ ਮਹਾਰਾਜ ਤੇਰੀ ਬਾਣੀ ਸਾਡੇ ਕੰਨਾਂ ਦੇ ਵਿੱਚ ਪਵੇ। ਦੂਜੀ ਅਵਰ ਨਾ ਜਾਪ ਸਕਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਹੋਰ ਕਿਤੇ ਨਹੀਂ ਅਸੀਂ ਜਾਣ। ਜਿਹੜੀਆਂ ਇਹ ਮੰਗਾਂ ਅਸੀਂ ਮੰਗ ਰਹੇ ਹਾਂ, ਜਿਹੜੇ ਸਾਡੇ ਮਨ ਦੀ ਤਮੰਨਾ ਹੈ, ਹਜੂਰ ਪਾਤਸ਼ਾਹ ਜੀ ਸਾਨੂੰ ਦਿਸਦੀ ਨਹੀਂ ਕੋਈ ਹੋਰ ਧਿਰ, ਹੋਰ ਕੋਈ ਸ਼ਕਤੀ ਵਾਲੀ ਧਿਰ ਸਾਨੂੰ ਨਜ਼ਰ ਨਹੀਂ ਆਉਂਦੇ। ਸਾਗਲ ਤੁਮਾਰੀ ਧਾਰਣਾ। ਕਿਉਂਕਿ ਮਹਾਰਾਜ ਜਿਹੜੇ ਛੋਟੇ ਛੋਟੀਆਂ ਦੁਕਾਨਾਂ ਬਣਾ ਕੇ ਬੈਠੇ ਨੇ, ਡੇਰੇ ਖੋਲ ਕੇ ਬੈਠੇ ਨੇ, ਕੋਈ ਆਪੋ ਆਪਣੋ ਭਗਵਾਨ ਬਣਿਆ ਬੈਠਾ ਹੈ,
पर झूठे ने। पर महाराज सगल तुम्हारी धारना, तेरे आसरे ते सारे बैठे ने, आसरा तेरे कोलों ही लैंदे ने। भाई गुरदास जी धन गुरु अर्जन साहब सच्चे पातशाह जी दे अनन प्यारे सिख जिहड़े नाम रसीए, बड़ी सिक्ख्या भरे बचन कहे उन्होंने। वो कहते कलयुग जिहड़ा सी, कलयुग परमात्मा दे नाम जपण दा बोध सी, ज्ञान सी। गुरबाणी ने सानू दस्सिया कलू आयो रे एक नाम बोवो बोवो अन रुत नाही नाही। कहते होर रुतां दी ये हुण फसल बीजण दा समा नहीं, ये रुत आ गई परमात्मा दा नाम बीजण दी। ये बोध लेना सी, ये ज्ञान लेना सी कलयुग दे विचों कि हुण परमात्मा दा नाम जपना, अमृत वेले उठना है। ते कहंदे जिन्हां ने ज्ञान देना सी ना, वो अज्ञान दे वस पै गए ते ज्ञान नूं भुलेखे विच छड्ड दित्ता उन्हां ने। ते कहंदे कलयुग दा समय इहो जिहा वरत रिहा भी जिहड़े अज्ञानी कलयुग दी इस रुੱਤ दे विच नाम बीजण दे समय तो वरज रहे ने ना, उन्हां नूं रोकण वाला कोई नहीं, इहो जी शक्ति कोई नहीं जिहड़ी रोक देवे। इहो जिहा समा वरतदा है। कई बार तो समा हुंदा भाई वरजन वाले भी हुंदे ना, भाई तू गलत कह रहा। ते भाई साहब कहंदे ने कलयुग बोध अवतार है, बोध अबोध ना दृष्टि आवे। कहंदे कलयुग ज्ञान का अवतार है, इत्थे ज्ञान प्राप्त करना सी प्रभु नाम दा, पर कहंदे बोध अबोध ना दृष्टि आवे। ज्ञान ते अज्ञान रल गए आपस विच। बल्कि जिहड़ा अज्ञानी है सोई अजान कहे मैं जाना, जानन हार ना छाना रे। ते हुण जिहड़ा अज्ञानी है ना, वो कहंदा भी नाम जपना कादे लई। कलयुग बोध अवतार है, ये ज्ञान का अवतार है कि अमृत का नाम जपना है। ते जिहड़ा प्रचारक है उहनूं अज्ञान ने घेरा पा लिया, वो कहंदा तोता रटना भी नाम जपना ही कातों है। ते भाई साहब अगे कहंदे फिर होएगा की, बोध अबोध ना दृष्टि आवे। कहंदे भी इहदे विच ज्ञान की है ते अज्ञान की है, क्योंकि ज्ञान नूं अज्ञान ने घेर लिया। ते हुण अगे साडे सामने दिसण नूं की आएगा, फिर अज्ञान ही आएगा ना भी नहीं अमृत वेले उठण दी लोड़ नहीं, अमृत वेले उठोगे ये सौण दा समा हुंदा। ते नाम ते पता ही है वाहिगुरू नाम है, तेनू जपोगे दसो की कढ लोगे। सुनेगा ये दृष्टि ये आएगी, कोई ना किसे वरजई सोई करे जोई मन भावै। कहंदे कोई किसी नूं वरजन दी समर्था नहीं रखदा, ते जिहदे मन विच जो आउंदा वो करी जांदा। किसे पजाई शिला सुन, कहंदे किसी ने पूजा की शिला दी, कोई सुनत कराउण लग पिया। कोई गोरी मड़ी पुजावा है, कहंदे कोई गोरा ते मड़ा नूं पूजन लग पिया। तंत्र मंत्र पखंड कर, कला क्रोध बहुवाद वधावा। कहंदे अपने तंत्रां मंत्रां दी जे कोई रोकदा ना ते उहदे नाल झगड़ा करदे ने, बड़ा वाद वधाउंदे ने। लो जी ये किधरों सच्चे आ गए, जो कोई सच्ची गल करदा है ना ते उहदे नाल फिर झगड़ा करदे ने। आपो धापी होए कह न्यारे न्यारे धर्म चलावा। भाई साहब कहंदे आपो धापी च पै गया कलयुग, कलयुग दा ज्ञान आपो धापी विच पै गया। नहीं तो सानू जिहड़ा निर्मल ज्ञान दिता सतगुरु सच्चे पातशाह जी ने, सगल धर्म है श्रेष्ठ धर्म, महाराज सच्चे पातशाह जी दस दिता, नखेड़ा कर दिता कि सारे धर्मां तो एक निर्मल का धर्म है। ते भाई सगल धर्म है श्रेष्ठ धर्म, ये सब तो श्रेष्ठ धर्म से। इहनूं ऐसे रोल घचोले विच पाता, आपो धापी होए कहे न्यारे न्यारे धर्म चलावै। कोई पूजा चंद सूर, कोई चंद्रमा नूं ते कोई सूरज नूं पूजन लग गया। कोई धरत आकाश मनावै, कोई धरती नूं पूजदा ते कोई आकाश वल मूँह करके पूजी जांदा। पौण पाणी बैसंतरों धर्म राज कोई तरपतावा है। कहंदे फोकट धर्मी भरम भुलावै।
ਅਸਲ ਵਿੱਚ ਕਹਿੰਦੇ ਉਹ ਫੋਕਟ ਧਰਮੀ ਨੇ, ਜਿਹੜੇ ਧਰਮੀ ਕਹਾਉਂਦੇ ਤੇ ਭਰਮਾਂ 'ਚ ਪਏ ਹੋਏ ਨੇ। ਭਰਮਾਂ 'ਚ ਕੌਣ ਪੈ ਗਏ ਵੀ ਗੁਰੂ ਸਾਹਿਬ ਜੋ ਕਹਿੰਦੇ ਉਹ ਤੋਂ ਉਲਟ ਚੱਲ ਪਏ। ਇਦੋਂ ਵੱਡਾ ਭਰਮ ਕੀ ਆ? ਇਸ ਵਾਸਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਭਰਮਾਂ ਵਿੱਚੋਂ ਕੱਢਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਹੋਰ ਕੋਈ ਧਿਰ ਨਹੀਂ ਦਿਸਦੀ, ਹੋਰ ਕੋਈ ਆਸਰਾ ਟਿਕਾਣਾ ਦਿਸਦਾ ਨਹੀਂ, ਤੇਰੇ ਦੁਆਰੇ ਤੋਂ ਬਿਨਾ ਹੋਰ ਕੋਈ ਏਡਾ ਬਰਾਬਰ ਤੇ ਦੁਆਰਾ ਹੈ ਹੀ ਨਹੀਂ, ਸਭ ਝੂਠੇ ਨੇ। ਮਹਾਰਾਜ ਤੇਰੇ ਦੁਆਰੇ ਦੇ ਅਸੀਂ ਫਰਿਆਦੀ ਹਾਂ। ਆਪ ਚਤਾਰੇ ਆਪਣਾ ਕੀਆ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਕੀਤਾ ਹੋਇਆ ਕੌਤਕ ਤੁਸੀਂ ਆਪ ਹੀ ਚੇਤੇ ਕਰਵਾਉਂਦੇ ਹੋ, ਆਪ ਹੀ ਉਹਦੀ ਚਿਤਵਨੀ ਵਿੱਚ ਪਾ ਦਿੰਦੇ ਹੋ। ਆਪੇ ਆਪ ਪ੍ਰਭ ਥੀਆ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸਲ ਵਿੱਚ ਉਸ ਨਾਮ ਵਿੱਚ ਵੀ ਤੁਸੀਂ ਆਪ ਹੋ, ਜਪਣ ਵਾਲੇ ਵਿੱਚ ਵੀ ਆਪ ਹੋ। ਤੇ ਇਹ ਭਰਮ ਕੱਢਣ ਵਾਸਤੇ ਜਦੋਂ ਇਸ ਅਵਸਥਾ ਵਿੱਚ ਪਹੁੰਚ ਗਏ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਜਦੋਂ ਇਸ ਅਵਸਥਾ ਵਿੱਚ ਪਹੁੰਚ ਗਏ ਤੇ ਫਿਰ ਇਹ ਭਰਮ ਦੂਰ ਹੋਵੇਗਾ। ਇਸ ਵਾਸਤੇ ਮਹਾਰਾਜ ਜਪਣ ਵਾਲਾ ਵੀ ਤੂੰ, ਜਪਾਉਣ ਵਾਲਾ ਵੀ ਤੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਵਾਲਾ ਵੀ ਤੂੰ, ਤੇ ਕਰਾਉਣ ਵਾਲਾ ਕਾਰਨਾਂ ਦੇ ਵਿੱਚ ਵੀ ਆਪ ਹੀ ਹੋ। ਆਪ ਉਪਾਏ ਰਚਿਓਨ ਪਸਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਕੇ 5 ਤੱਤ ਪੈਦਾ ਕੀਤੇ। 5 ਤੱਤਾਂ ਤੋਂ 4 ਖਾਣੀਆਂ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਾ ਪਸਾਰਾ ਗੁਰੂ ਗਰੀਬ ਨਵਾਜ ਆਪ ਜੀ ਨੇ ਪੈਦਾ ਕਰ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਆਪੇ ਘਟ ਘਟ ਸਾਰਣ। ਆਪੇ ਹੀ ਸਾਰਿਆਂ ਘਟਾਂ ਦੀ ਸਾਰ ਵੀ ਆਪੇ ਹੀ ਲੈਣਾ, ਸਾਰਿਆਂ ਦੇ ਕਾਰਜ ਵੀ ਆਪ ਹੀ ਸਾਰਦਾ ਹੈ, ਤੇ ਸਾਰਿਆਂ ਨੂੰ ਪੈਦਾ ਵੀ ਆਪ ਹੀ ਕੀਤਾ ਹੋਇਆ ਹੈ। ਇੱਕ ਉਪਾਏ ਵੱਡ ਦਰਬਾਰੀ। ਇੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਵੱਡੇ ਵੱਡੇ ਰਾਜੇ ਪੈਦਾ ਕਰਤੇ, ਦਰਬਾਰ ਲਾ ਕੇ ਨਿਆਂ ਕਰਦੇ ਨੇ। ਇੱਕ ਉਦਾਸੀ ਇੱਕ ਘਰ ਬਾਰੀ। ਇੱਕ ਮਹਾਰਾਜ ਉਦਾਸੀਨ ਪੈਦਾ ਕਰ ਦਿੱਤੇ, ਜਿਹੜੇ ਘਰ-ਬਾਰ ਤਿਆਗ ਕੇ, ਜਿਨ੍ਹਾਂ ਨੇ ਅਦਾਸ ਅਵਸਥਾ ਨੂੰ, ਪਹਿਰਾਵੇ ਨੂੰ ਧਾਰਨ ਕਰ ਲਿਆ। ਇੱਕ ਘਰ ਬਾਰੀ ਤੇ ਇੱਕ ਆਪ ਜੀ ਨੇ ਗ੍ਰਸਤੀ ਪੈਦਾ ਕਰ ਦਿੱਤੇ। ਇੱਕ ਭੁੱਖੇ ਇੱਕ ਤ੍ਰਿਪਤ ਅਗਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਤਾਂ ਵਰਤ ਰੱਖ ਕੇ ਭੁੱਖੇ ਹੀ ਰਹਿੰਦੇ ਨੇ, ਤੇ ਇੱਕ ਲੋੜ ਮੁਤਾਬਕ ਪ੍ਰਸ਼ਾਦ ਛਕ ਕੇ ਗੁਰੂ ਕੇ ਲੰਗਰਾਂ ਵਿੱਚੋਂ ਤ੍ਰਿਪਤ ਹੋ ਜਾਂਦੇ ਨੇ। ਘਰਾਂ ਵਿੱਚ ਲੰਗਰ ਪ੍ਰਸ਼ਾਦ ਤਿਆਰ ਕਰਦੇ ਨੇ, ਤ੍ਰਿਪਤੀ ਕਰ ਲੈਂਦੇ ਨੇ। ਇੱਕ ਭੁੱਖੇ ਇੱਕ ਤ੍ਰਿਪਤ ਅਗਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਭੁੱਖੇ ਨੇ ਤੇ ਇੱਕ ਹੋਰਨਾਂ ਨੂੰ ਵੀ ਤ੍ਰਿਪਤੀ ਕਰਾ ਦਿੰਦੇ ਨੇ। ਜੇ ਕੋਈ ਸੱਜਣ ਪਿਆਰਾ ਮਿੱਤਰ ਰਾਹੀ ਪੰਧੀ ਆ ਜਾਵੇ, ਉਹਨੂੰ ਵੀ ਗੱਫਾ ਪਾਣੀ ਛਕਾ ਕੇ ਉਹਨੂੰ ਵੀ, ਉਹਦੀ ਵੀ ਤ੍ਰਿਪਤੀ ਕਰ ਦਿੰਦੇ ਨੇ। ਸਭ ਸੇ ਤੇਰਾ ਪਾਰਣਾ। ਪਰ ਸਭ ਸੇ ਤੇਰਾ ਪਾਰਨਾ, ਤੈਨੂੰ ਆਸਰਾ ਮਹਾਰਾਜ ਤੇਰਾ ਹੀ ਹੈ। ਹੁਣ ਇੱਥੇ ਵਿਚਾਰ ਵਾਲੀ ਗੱਲ ਇਹ ਹੈ, ਜੇ ਇੱਕ ਭੁੱਖੇ ਇੱਕ ਤ੍ਰਿਪਤ ਅਗਾਏ, ਇੱਕ ਬਹੁਤੇ ਹੀ ਰੱਜੇ ਹੋਏ ਨੇ, ਇਹ ਘਰਾਂ ਵਿੱਚ ਬੈਠ ਕੇ ਹੁਕਮ ਚਲਾਉਂਦੇ ਨੇ। ਇੱਕ ਵੱਡੇ ਦਰਬਾਰੀ ਕੀਤੇ ਹੋਏ ਨੇ ਵੀ ਤੂੰ ਸਬਜ਼ੀ ਲੈ ਕੇ ਆਉਣੀ ਹੈ, ਤੂੰ ਡਾਕਟਰ ਤੋਂ ਦਵਾਈ ਲੈ ਕੇ ਆਉਣੀ ਹੈ, ਤੂੰ ਆਹ ਕੰਮ ਕਰਨਾ ਹੈ, ਹੁਕਮ ਚਲਾਉਂਦੇ ਨੇ। ਇੱਕ ਕਿਰਤ ਕਰਦੇ ਨੇ। ਹਜੂਰ ਫਰਮਾਉਂਦੇ ਨੇ, ਕਈ ਕੂੜ ਘਾਲੇ ਥਕ ਪਾਏ, ਕਈ ਕੂੜ ਬੈਠਤੀ ਖਾਏ। ਹਜੂਰ ਫਰਮਾਉਂਦੇ ਕਿ ਇਹ ਤੇਰੇ ਪੈਦਾ ਕੀਤੇ ਹੋਏ ਨੇ, ਪਰ ਮਹਾਰਾਜ ਤੇਰੇ ਨਿਆਂ ਵਿੱਚ ਫਰਕ ਨਹੀਂ। ਇਹਨਾਂ ਵਿੱਚੋਂ ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਨੰਗਾ ਭੁੱਖਾ ਫਿਰਦਾ, ਤੇ ਭਾਵੇਂ ਜਿਹਦੇ ਕੋਲੇ ਰੱਜ ਰੱਜ ਕੇ ਖਾਣ ਤੋਂ ਵੱਧ ਪ੍ਰਾਪਤ ਪਦਾਰਥ ਨੇ, ਤੇਰਾ ਨਿਆਂ ਜਦੋਂ ਹੋਵੇਗਾ ਨਾ, ਦੇਖੋ ਤੇਰਾ ਨਿਆਂ ਹੋਏਗਾ ਜਾਂ ਤੇ ਮੌਤ ਆਏਗੀ, ਉਹਦੇ ਲਈ ਵੀ ਤੂੰ ਕਹਿ ਦਿੱਤਾ ਰਾਜਾ ਪਰਜਾ ਸਮਕਰ ਮਾਰਾ ਐਸੋ ਕਾਲ ਬਡਾਨੀ ਰੇ, ਉੱਥੇ ਵੀ ਤੂੰ ਬਰਾਬਰਤਾ ਲਿਆਂਦੀ। ਤੇ ਦੂਸਰਾ, ਇਸ ਦੁਨੀਆ ਦੇ ਵਿੱਚ ਰਹਿੰਦਿਆਂ ਪ੍ਰਮਾਤਮਾ ਦਾ ਨਾਮ ਜਪਣ ਦਾ ਜਿਹੜਾ ਤੂੰ ਸਾਨੂੰ ਤਰੀਕਾ ਦੱਸਿਆ, ਤੇ ਜਿਹੜੇ ਨੰਗੇ ਭੁੱਖੇ ਨੇ, ਪਾਟੇ ਬਸਤਰ ਨੇ, ਰਹਿਣ ਵਾਸਤੇ ਘਰ ਨਹੀਂ, ਤੇ ਜਦੋਂ ਉਹਨਾਂ ਦੀ ਅਵਸਥਾ ਵੇਖਦੇ ਆ ਤੇ ਤੇਰਾ ਨਾਮ ਜਪਿਆ ਤੇ ਨਾਮ ਦੇ ਵਿੱਚ ਰੰਗੇ ਹੋਏ ਨੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਹਿੰਦੇ ਜਿਹਦੇ ਕੋਲੇ ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਟੁੱਟੀ ਹੋਈ ਝੌਂਪੜੀ ਆ, ਚੀਰ ਨਾਮ ਹੈ ਬਸਤਰਾਂ ਦਾ, ਤੇ ਛਿੰਨਾ ਨਾਮ ਛਿਣੇ ਹੋਏ ਆ, ਪਾਟੇ ਹੋਏ ਆ।
ਨਵਾਂ ਵਸਤਰ ਵੀ ਲਿਆਈਏ ਨਾ ਤੇ ਆਪਾਂ ਦਰਜੀ ਨੂੰ ਕਹਿ ਦਿੰਦੇ ਇਹ ਨਾ ਸਿਉਈ, ਇਹ ਛਿਣਿਆ ਹੋਇਆ, ਛਿਣ ਗਿਆ ਹੈ। ਚੀਰ ਸਭ ਛਿੰਨਾ, ਚੀਰ ਵਸਤਰ ਸਭ ਛਿਣੇ ਹੋਏ ਨੇ, ਫਟੇ ਹੋਏ ਨੇ। ਤੇ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਹਦਾ ਨਾਮ ਪ੍ਰਮਾਤਮਾ ਦੇ ਰੰਗ ਵਿੱਚ ਭਿੱਜਿਆ ਹੋਇਆ ਹੈ ਤੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਤੇ ਜਿਹੜਾ ਤੂੰ ਰਾਜਾ ਬਣਾਇਆ ਸੀ ਨਾ, ਉਹਦੇ ਕਰਮਾਂ, ਪਿਛਲੇ ਕਰਮਾਂ ਕਰਕੇ ਰਾਜ ਭਾਗ ਦੀ ਸਤਾ ਦਿੱਤੀ ਸੀ ਤੇ ਉਹ ਤੇ ਲੱਗ ਗਿਆ ਇੱਕ ਕਰਮ ਕਰਨ, ਉਹ ਤੇ ਲੱਗ ਗਿਆ ਪਾਪ ਕਰਨ। ਤੇ ਜਿਹੜਾ ਇਸ ਦੁਨੀਆ ਤੇ ਨੰਗਾ ਭੁੱਖਾ ਫਿਰਦਾ ਸੀ, ਉਹ ਮਹਾਰਾਜ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਤੇਰੇ ਰੰਗ ਵਿੱਚ ਰੰਗਿਆ ਗਿਆ। ਸਭ ਸੇ ਤੇਰਾ ਪਾਰਨਾ, ਮਹਾਰਾਜ ਤੇਰਾ ਜਿਹੜਾ ਆਸਰਾ ਹੈ ਉਹ ਸਭਨਾਂ ਦੇ ਉੱਪਰ ਹੈ। ਭਾਵੇਂ ਕੋਈ ਤ੍ਰਿਪਤ ਹੈ, ਭਾਵੇਂ ਕੋਈ ਨੰਗਾ, ਫਿਕਰ ਨਹੀਂ ਕਰਨਾ ਚਾਹੀਦਾ ਕਿ ਮੇਰੇ ਕੋਲ ਪਦਾਰਥ ਘੱਟ ਨੇ, ਮੈਂ ਪ੍ਰਮਾਤਮਾ ਦਾ ਨਾਮ ਕਿਵੇਂ ਜਪਾਂ, ਮੇਰੇ ਕੋਲ ਸਾਧਨ ਘੱਟ ਨੇ। ਨਹੀਂ ਭਾਈ, ਸਭ ਸੇ ਤੇਰਾ ਪਾਰਨਾ, ਮਹਾਰਾਜ ਤੇਰਾ ਆਸਰਾ ਸਭਨਾਂ ਦੇ ਸਿਰ ਦੇ ਉੱਪਰ ਆਪ ਜੀ ਦਾ ਆਸਰਾ ਹੈ। ਆਪੇ ਸਤ 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 ਸਾਚਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪੇ ਹੀ ਤੂੰ ਪਿਛਲੇ ਯੁੱਗਾਂ ਦੇ ਵਿੱਚ ਸੱਚਾ ਸੀ। ਆਪੇ ਹੀ ਤੂੰ ਨਾਮ ਜਪਣ ਵਾਲਿਆਂ ਨੂੰ, ਮੰਨਣ ਵਾਲਿਆਂ ਦਾ ਨਿਧਿਆਸਨ ਕਰਨ ਵਾਲਿਆਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚ ਦਾ ਵਰਤਾਰਾ ਵਰਤਾਉਣ ਵਾਲਾ ਹੈ। ਓਤ ਪੋਤ ਭਗਤਨ ਸੰਗ ਰਾਚਾ। ਓਤ ਪੋਤ ਇਹ ਹੈ ਬੇਟੇ ਤੇ ਤਾਣੇ ਦੀ ਭਾਸ਼ਾ। ਜਦੋਂ ਖੱਡੀ ਤੇ ਅੱਜ ਕੱਲ ਮਸ਼ੀਨਾਂ ਦੇ ਰਾਹੀਂ ਕੱਪੜਾ ਬੁਣਦੇ ਨੇ, ਪਹਿਲਾਂ ਜਲਾਏ ਜਾਂ ਆਪਾਂ ਘਰਾਂ ਵਿੱਚ ਖੱਡੀਆਂ ਬੁਣਦੇ ਸੀ। ਇੱਕ ਪਾਸੇ ਨੂੰ ਤਾਣਾ ਤਣਿਆ ਜਾਂਦਾ ਸੀ ਤੇ ਜਿਹੜੀ ਨਲੀ ਦੇ ਰਾਹੀਂ ਤਾਗਾ ਲਪੇਟ ਕੇ ਉਹਦੇ ਬਿਜਲੀ ਕੱਢਦੇ ਸੀ, ਉਹਨੂੰ ਪੇਟਾ ਕਹਿੰਦੇ ਸੀ, ਤਾਣਾ ਤੇ ਪੇਟਾ। ਪਰ ਜਦੋਂ ਕੱਪੜਾ ਬਣ ਜਾਂਦਾ ਸੀ ਨਾ, ਉਦੋਂ ਨਹੀਂ ਪਛਾਣਿਆ ਜਾਂਦਾ ਸੀ ਕਿ ਇਹ ਪੇਟਾ ਹੈ ਕਿ ਤਾਣਾ ਹੈ। ਇੱਕ ਦੂਜੇ ਦੇ ਵਿੱਚ ਅੜੀ ਫਸੀ ਹੋ ਜਾਂਦੀ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਆਪਣੇ ਭਗਤਾਂ ਦੇ ਵਿੱਚ ਇਸ ਤਰ੍ਹਾਂ ਫਸਿਆ ਹੋਇਆ ਹੈ, ਇਸ ਤਰ੍ਹਾਂ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਜਿਵੇਂ ਤਾਣਾ ਤੇ ਪੇਟਾ ਹੁੰਦਾ। ਓਤ ਪੋਤ ਮਹਾਰਾਜ ਤੂੰ ਆਪ ਦੇ ਭਗਤਾਂ ਦੇ ਇਸ ਰੰਗ ਦੇ ਵਿੱਚ ਓਤ ਪੋਤ ਹੋਇਆ ਹੈ। ਕੋਈ ਪਛਾਣ ਨਹੀਂ ਸਕਦਾ ਕਿ ਇਹ ਤੇਰੇ ਪ੍ਰਮਾਤਮਾ ਦੇ ਪਿਆਰੇ ਤੇਰੀ ਹੀ ਭਾਸ਼ਾ ਬੋਲ ਰਹੇ ਆ, ਤੇਰੀ ਹੀ ਬੋਲੀ ਬੋਲ ਰਹੇ ਆ। ਤੇ ਜੋ ਜੋ ਬੋਲਦੇ ਨੇ ਮਹਾਰਾਜ ਉਹ ਆਪ ਜੀ ਦਾ ਹੀ ਬੁਲਾਇਆ ਹੋਇਆ ਤੇ ਆਪ ਜੀ ਨੇ ਉਹ ਕੁਝ ਕਰ ਦੇਣਾ ਜੋ ਪ੍ਰਭੂ ਦੇ ਪਿਆਰੇ ਪ੍ਰਮਾਤਮਾ ਦੇ ਰੰਗੇ ਹੋਏ ਰੱਬ ਦੇ ਭਗਤ ਬੋਲਦੇ ਨੇ, ਸੰਤ ਭਗਤ ਬੋਲਦੇ ਨੇ। ਕਿਉਂਕਿ ਜਿਨ ਅੰਦਰ ਪ੍ਰੀਤ ਪ੍ਰੇਮ ਕੀ ਜਿਉ ਬੋਲਣ ਤਿਵੈ ਸੁਹਾਨ, ਉਹ ਤੈਨੂੰ ਸੋਭਨੀਕ ਲੱਗਦੇ ਨੇ। ਇਸ ਵਾਸਤੇ ਮਹਾਰਾਜ ਤੂੰ ਉਹਨਾਂ ਦੇ ਵਿੱਚ ਓਤ ਪੋਤ ਦੀ ਨਿਆਈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਉਹਨਾਂ ਦੇ ਪ੍ਰੇਮ ਰੰਗ ਵਿੱਚ ਇਸ ਤਰ੍ਹਾਂ ਭਿੱਜਿਆ ਹੋਇਆ ਹੈ। ਆਪੇ ਗੁਪਤ ਆਪੇ ਹੈ ਪ੍ਰਗਟ। ਮਹਾਰਾਜ ਬਹੁਤਿਆਂ ਨੂੰ ਤੂੰ ਆਪ ਗੁਪਤ ਰੱਖਿਆ ਹੋਇਆ। ਪਰਮਾਤਮਾ ਦਾ ਨਾਮ ਜਪਦੇ ਨੇ ਪਰ ਗੁਪਤ ਨੇ। ਤੇ ਦੂਜੇ ਪਾਸੇ ਮਹਾਰਾਜ ਤੇਰਾ ਹੁਕਮ ਹੈ ਅੰਦਰ ਕਮਾਣਾ ਸਰ ਪਰ ਉਗੜਾ ਹੈ। ਭਾਵੇਂ ਮੈਂ ਕੋਈ ਧਰਤੀ ਵਿੱਚ ਕਮਾਈ ਭੋਰੇ ਪੱਟ ਕੇ ਬੈਠ ਕੇ ਕੋਈ ਕਮਾਈ ਕਰ ਲਵੇ ਨਾ, ਤੇ ਉਹਨਾਂ ਦੀ ਜੈ ਜੈਕਾਰ ਦੁਨੀਆ ਵਿੱਚ ਕਰਵਾ ਦਿੰਦਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ। ਮਹਾਰਾਜ ਦੁਨੀਆ 'ਚ ਸੋਭਾ ਕਰਵਾ ਦਿੰਦਾ ਤੂੰ। ਕਈਆਂ ਨੂੰ ਤੂੰ ਗੁਪਤ ਰੱਖ ਲੈਣਾ ਤੇ ਕਈਆਂ ਨੂੰ ਮਹਾਰਾਜ ਤੂੰ ਦੁਨੀਆ ਵਿੱਚ ਪ੍ਰਗਟ ਕਰ ਦਿੰਦਾ ਹੈ। ਆਪਣਾ ਆਪ ਪਸਾਰਣਾ, ਪਰ ਇਹ ਆਪਣਾ ਪਸਾਰਾ ਤੁਹਾਡਾ ਆਪਣਾ ਹੀ ਹੈ। ਸਦਾ ਸਦਾ ਸਦ ਹੋਵਣ ਹਾਰਾ। ਮਹਾਰਾਜ ਸਦਾ ਹੀ ਇਹ ਨਹੀਂ ਸੀ ਕਿ ਪਹਿਲਾਂ ਤੇਰੀ ਸ਼ਕਤੀ ਸੀ ਤੇ ਹੁਣ ਸ਼ਕਤੀ ਮੁੱਕ ਗਈ ਆ। ਇਹ ਨਹੀਂ ਕਿ ਸ਼ਕਤੀ ਘੱਟ ਹੋ ਗਈ ਹੈ, ਇਹਦਾ ਪੈਮਾਨਾ ਨਹੀਂ। ਇਹ ਕੋਈ ਡਰਮ ਭਰਿਆ ਹੋਇਆ ਪਾਣੀ ਦਾ ਨਹੀਂ ਕਿ ਇੰਨੇ ਲੀਟਰ, ਹੁਣ 200 ਲੀਟਰ ਸੀ ਤੇ ਅਸੀਂ 50 ਲੀਟਰ ਘਟ ਗਿਆ ਤੇ 150 ਲੀਟਰ ਰਹਿ ਗਿਆ। ਨਹੀਂ ਭਾਈ, ਇਹ ਤੇ ਅਥਾਹ ਸ਼ਕਤੀ ਹੈ। ਸਦਾ ਸਦਾ ਪਰਮਾਤਮਾ ਦੀ ਸ਼ਕਤੀ ਇੱਕ ਰਸ ਵਰਤ ਰਹੀ ਹੈ, ਵਰਤਦੀ ਰਹੀ ਹੈ ਤੇ ਵਰਤਦੀ ਰਹੇਗੀ। ਉੱਚਾ ਆਗਮ ਅਥਾਹ ਅਪਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਵੱਡੇ ਤੋਂ ਵੱਡਾ ਧੂਣੀਆਂ ਤਾ ਲਵੇ, ਕਰਮ ਕਰ ਲਵੇ, ਹਠ ਕਰ ਲਵੇ, ਜਪ ਕਰ ਲਵੇ, ਤੇਰੀ ਉਚਾਈ ਦੇ ਬਰਾਬਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਬੁੱਧੀ ਦੀ ਸਤਾ ਨਹੀਂ ਪਹੁੰਚ ਸਕਦਾ। ਜਿੱਥੇ ਤੱਕ ਮਹਾਰਾਜ ਆਪ ਜੀ ਦਾ ਪਸਾਰਾ ਹੈ, ਆਪ ਜੀ ਦੀ ਕਿਰਪਾ ਹੈ, ਉੱਥੇ ਤੱਕ ਹੋਰ ਕੋਈ ਸਾਧਨ ਪਹੁੰਚ ਨਹੀਂ ਸਕਦਾ। ਊਣੇ ਭਰੇ ਭਰੇ ਭਰ ਊਣੇ। ਮਹਾਰਾਜ ਇਹ ਤੇ ਤੇਰਾ ਖੇਲ ਹੈ ਨਾ। ਜਿਹੜੇ ਜਮਾ ਹੀ ਊਣੇ ਆ, ਭਾਵ ਖਾਲੀ ਨੇ, ਥੋੜੇ ਭਰੇ ਹੋਏ ਆ, ਤੇ ਜੋ ਤੇਰੀ ਖੁਸ਼ੀ ਹੋਵੇ ਮਹਾਰਾਜ ਉਹਨਾਂ ਨੂੰ ਤੂੰ ਭਰ ਦੇਵੇ।
ਤੇ ਜਿਹੜੇ ਲਵਾ ਲਵ ਭਰੇ ਹੰਕਾਰ ਵਿੱਚ ਲੱਦੇ ਫਿਰਦੇ ਨੇ, ਤੇ ਜਦੋਂ ਮਰਜੀ ਮੂਧੇ ਮਾਰ ਦੇਵੇ ਉਹਨਾਂ ਨੂੰ ਖਾਲੀ ਕਰ ਦੇਵੇ। ਰਾਜ ਆਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਰੋਵਤ ਆਏ ਸੋ ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ। ਬਸ ਤੋਂ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। महाराज ये तो तेरी खेल है ना। रीते भरे भरे सखनावै, ये ताको बड़े व्यवहारे। महाराज ये आप जी के व्यवहार ने। रीते भरे भरे सखनावै, भावें तू खाली कर देवे ते भावें भर देवे। महाराज ये तेरी दया, तेरी रहमत है, तेरी कृपा है। जिहड़े तेरा नाम जपदे ने अज खाली ने, ते जदों वाहिगुरू वाहिगुरू जी दी धुना ਉਹਨਾਂ ਦੇ ਮਨ ਵਿੱਚ ਮਹਾਰਾਜ ਤੇਰੇ ਅੰਦਰਲੇ ਨਾਮ ਵਿੱਚ ਸਮਾ ਗਈਆਂ, ਤੇ ਉਹ ਤਾਂ ਫਿਰ ਲਵਾ ਲਵ ਉਹਨਾਂ ਦਾ ਹਿਰਦਾ ਗਦਗਦ ਹੋ ਜਾਏਗਾ, ਭਰ ਜਾਣਗੇ। ਉਹ ਡੋਲਣ ਗਏ ਨਹੀਂ, ਉਹਨਾਂ ਨੂੰ ਲੱਖ ਇੱਕ ਬੋਲ ਬੋਲੀ ਜਾਵੇ। ਕਹੋ ਕਬੀਰ ਛੂਛਾ ਘਟ ਬੋਲਾ ਹੈ, ਭਰਿਆ ਹੋਵੇ ਸੋ ਕਬੂ ਨਾ ਡੋਲਾ। ਉਹਨਾਂ ਦੀ ਅਵਸਥਾ ਬਣ ਜਾਂਦੀ। ਮਹਾਰਾਜ ਤੂੰ ਆਪ शुभ गुणों के नाल उन्हां नूं भर दिंदा है। एह चलत स्वामी के कारण। महाराज ये तेरे कौतक ने, ये तेरे चलत नाम कौतक दा। ये जिहड़े जगत दे तमाशे ने ना, उन्हां तो वखरे तेरे कौतक ने कि महाराज तू अपने भगतां दी जय जयकार करा के उन्हां विच इन्ने क शुभ गुण भर दिंदा है। वो दुनियावी विद्या भावें ना भी पढ़े होण, पर जिहड़ी तेरी सता दे राही उन्हां नूं गुण मिल जांदे ना, ते बहुत वारी वड्डे वड्डे हंकारी, वड्डे वड्डे विद्या दा मान करन वाले, वड्डियां वड्डियां डिग्रियां दे मालक जदों उन्हां महापुरखां दे कोल जाके चर्चा करदे ने ना, ते बड़े हंकार विच जांदे ने भी अनपढ़ बंदा है। पर दूसरे पासे जिहड़ी विद्या है ना, वो परमात्मा दे नाम दी, परमात्मा दे गुणां दी विद्या है। हुण दुनियावी विद्या उहदे बराबर नहीं पुग सकदी। वेखण नूं लगेगा शब्द इस तरह दा भी शायद कोई पुट्ठी जी गल कर रहे हैं, पर नहीं भाई, ये सच्चाई आ। कई बार संत बाबा जरनैल सिंह जी खालसा भिंडरां वाले महापुरखां कोल जिहड़े 5 ही जमातां पढ़े सी स्कूल दे, पर जिन्हां ने 18-18 20-20 घंटे वाहिगुरू दा सिमरन कीता है, लम्मा लम्मा समा जाग जाग के प्रभु की भगती की, भुखिया रह के भी की, ते जदों ओहदे नाल ओत पोत होए ना, फिर अखी देखण दीयां गल्लां है। कई बारी गल्लां करन तो इहो जिहियां कहानियां सुनाउण तो संकोच करीदा है बई किहदे नाल बराबरता कर रहे, किसी नाल बराबरता नहीं पई कर रहे। ये तो जो परमात्मा के नाम की महिमा है, जिहड़ा उन्हां नाम जपिया उस नाम की महिमा करदे कोई गल करिए ना, उसनूं उल्ट पासे नहीं लेना चाहिए। कई बार वेख्या वकील गए इत्थों राम जेठमलानी वर्गे वकील गए, दुनिया का हिंदुस्तान का मन्निया होया वकील है। सुब्रमण्य स्वामी वर्गे वकील गए, कई साधु महात्मा गए, कई पंजाब दे विचों भी जनरल करनल गए, कई प्रोफैसर गए भी आह गल संतां नूं समझा के आवांगे। मिनट 5 भी नहीं लगते, बड़े सीधे सुभाव विच कहना गुरमुखा कल्लियां गल करनी है कि संगत विच कर लईए, ते जिवें उन्हें कहना कर उवें ही लैणी, ते कदे आपदी विद्वता दा कदे मान हंकार नहीं कीता। पहला कहना कि भाई मैं अनपढ़, ते जे मैं चंगे शब्दां विच तेरी गल दा जवाब ना दे सकां, सोहणे शब्दां विच, शब्दां दी बनावट विच, ते मेरा गुस्सा ना करें। ये गल पहला कह दे, पर निरंतर कर देना। ते 5 मिनटां बाद उसी प्रोफैसर नूं पुछना, उसी विद्या मारतंड नूं पुछना भी भाई होर कोई वचन करना नहीं महाराज, बस इन्नी गल ही सी। ये भाई परमात्मा की शक्ति के बराबर, परमात्मा के गुणों के बराबर जिन्हों वो गुण बख्श देवे, उहदे बराबर कोई पुग सकता है? कोई नहीं पुग सकता। इस वास्ते महाराज धन गुरु अर्जन साहब सच्चे पातशाह जी कृपा करते हैं कि महाराज ये तेरी मर्जी, जिन्हों तू गुणों नाल भरपूर भर देवे, जिन्हों के उपर तू ये गुण बख्श देवे, ते उन्हां दे उपर चलत तेरे ही ने, कृपा तेरी है।
ਦ੍ਰਿਸ਼ਟੀ ਤੇਰੀ, ਗੁਣਾਂ ਦਾ ਖਜ਼ਾਨਾ ਤੂੰ ਆਪ ਹੀ ਹੈ। ਮੁਖ ਸਾਲਾਹੀ ਸੱਚੇ ਸਾਹਾ। ਤੇ ਪਰ ਉਹਨਾਂ ਦੀ ਅਰਦਾਸ ਇਹ ਹੁੰਦੀ ਹੈ ਕਿ ਮਹਾਰਾਜ ਮੁਖ ਤੋਂ ਤੇਰੀ ਸੱਚੀ ਸਿਫਤ ਸਲਾਹ ਕਰੀਏ। ਜੇ ਗੁਰੂ ਕੀ ਮਰਜ਼ਾਦਾ ਵਿੱਚ ਕੋਈ ਫਰਕ ਪੈਂਦਾ ਹੈ ਤੇ ਫਿਰ ਵੱਡੇ ਤੋਂ ਵੱਡੇ ਦੀ ਪਰਵਾਹ ਨਹੀਂ ਕਰ। ਉਹ ਨਹੀਂ ਗੁਰਮੁਖਾ, ਤੂੰ ਗੁਰੂ ਦੀ ਹਜ਼ੂਰੀ ਵਿੱਚ ਆ ਗਿਆ, ਇੱਥੇ ਜਰਾਬਾਂ ਪਾ ਕੇ ਨਹੀਂ ਸੀ ਆਉਣਾ। ਉਹ ਨਹੀਂ ਗੁਰਮੁਖਾ, ਦੇਸ਼ ਦਾ ਕੋਈ ਵੱਡੇ ਤੋਂ ਵੱਡਾ ਮੰਤਰੀ ਆ ਗਿਆ ਹੈ, ਤੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚੋਂ ਉੱਠ ਕੇ ਉਹਦਾ ਸਤਿਕਾਰ ਕਰਨ ਵਾਸਤੇ ਨਹੀਂ ਸੀ ਜਾਣਾ। ਇਹ ਤੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੈ। ਸਿਧਾਂਤਾਂ ਦੀ ਗੱਲ ਦੇ ਉੱਪਰ ਐਨ ਪਹਿਰਾ ਦੇਣ ਵਾਸਤੇ ਡਟ ਜਾਣਾ, ਇਹ ਭਾਈ ਮੁੱਖ ਸਲਾਹੀ ਸੱਚੇ ਸਾਹਾ। ਉਹ ਸੱਚੇ ਪਾਤਸ਼ਾਹ ਦੀ, ਸੱਚੇ ਅਕਾਲ ਪੁਰਖ ਦੀ, ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਜਿੱਥੇ ਖਿਆਮਤ ਪੈਂਦੀ ਹੈ, ਗੁਰੂ ਦੇ ਪਿਆਰੇ ਫਿਰ ਉੱਥੇ ਡਟ ਜਾਂਦੇ। ਨਹੀਂ ਭਾਈ, ਇਹ ਗਲਤੀ ਨਹੀਂ ਹੋਣੀ ਚਾਹੀਦੀ। ਅਸਲ ਵਿੱਚ ਸੰਤ ਉਹੀ ਹੈ ਤਾਂ ਕੋ ਕਹੋ ਪ੍ਰਵਾਹ ਕਾਹੂ ਕੀ, ਜੇ ਗੋਪਾਲ ਸੁਹਾਏ। ਉਹਨਾਂ ਨੂੰ ਕਿਹਦੀ ਪ੍ਰਵਾਹ ਭਾਈ, ਕਿਹਦੀ ਕਨੌੜ ਕਰਦੇ ਨੇ? ਉਹ ਕਿਸੇ ਦੀ ਪ੍ਰਵਾਹ ਨਹੀਂ ਮੰਨਦੇ। ਉਹ ਤੇ ਗੁਣ ਦੱਸਦੇ ਨੇ ਕਿ ਸਾਡੀ ਮਰਜ਼ਾਦਾ ਆ ਹੈ, ਅਸੀਂ ਗੁਰੂ ਦਾ ਸਤਿਕਾਰ ਆਏ ਕਰਨਾ ਹੈ। ਜੇ ਆਏ ਨਹੀਂ ਕਰਾਂਗੇ ਤੇ ਅਸੀਂ ਦੇਣਦਾਰ ਹੋਵਾਂਗੇ। ਗੁਰੂ ਕੀ ਬਾਣੀ ਵਿੱਚ, ਗੁਰੂ ਕੇ ਨਾਮ ਵਿੱਚ, ਗੁਰੂ ਕੀ ਸ਼ਰਧਾ ਵਿੱਚ, ਗੁਰੂ ਕੇ ਸਿਧਾਂਤ ਵਿੱਚ ਫਰਕ ਨਹੀਂ ਜੇ ਪੈਣ ਦੇਣਾ। ਨੈਣੀ ਪੇਖਾ ਅਗਮ ਅਥਾਹ। ਮਹਾਰਾਜ ਸੱਚੇ ਪਾਤਸ਼ਾਹੀ ਤੇਰੀ ਅਗਮ ਸ਼ਕਤੀ ਹੈ, ਤੇ ਇਹਨਾਂ ਨੈਣਾਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਜੋ ਚਲਤ ਦੇਖ ਰਹੇ ਆ ਮਹਾਰਾਜ, ਜਿੰਨੀਆਂ ਸ਼ਕਤੀਆਂ ਤੇਰੀਆਂ ਵਰਤ ਰਹੀਆਂ, ਸਾਡਾ ਤੇ ਇੱਕ ਸੁਭਾਅ ਬਣ ਗਿਆ, ਕੀਤੇ ਕੋ ਮੇਰਾ ਸੁਮਨ ਕਰਨ ਹਾਰ ਤ੍ਰਿਣ ਜਾਣਾ। ਪਰ ਦੁਨੀਆ ਨੇ ਮੋਬਾਈਲ ਪੈਦਾ ਕਰ ਦਿੱਤੇ, ਵਾਇਰਲੈਸਾਂ ਪੈਦਾ ਹੋ ਗਈਆਂ। ਇੱਥੋਂ ਹੁਣੇ ਫੋਟੋ ਭੇਜੋ ਤੇ ਅਮਰੀਕਾ ਵਿੱਚ ਚਲੀ ਜਾਏਗੀ। ਬੜਾ ਚਲਤਾ ਚਰਜ ਲੱਗਦਾ ਹੈ, ਪਰ ਕਿਹਨੇ ਕੀਤੇ? ਮਨੁੱਖ ਨੇ। ਮਨੁੱਖ ਨੇ ਪੈਦਾ ਕੀਤਾ, ਪਰਮਾਤਮਾ ਨੇ। ਕੀਤੇ ਕੋ ਮੇਰਾ ਸੁਮਾਨਾ, ਜਿਹੜੇ ਤੂੰ ਕੌਤਕ ਪੈਦਾ ਕਰ ਦਿੱਤੇ ਉਹ ਤੇ ਲੱਗਦੇ ਪਹਾੜ ਵਰਗੇ ਵੱਡੇ। ਤੇ ਮਹਾਰਾਜ ਜਿਹੜੀ ਤੇਰੀ ਸ਼ਕਤੀ, ਤੂੰ ਕਰਨਹਾਰ ਆਪ ਪਰਮਾਤਮਾ ਹੈ, ਤੇ ਤੈਨੂੰ ਅਸੀਂ ਛੋਟਾ ਜਿਹਾ ਸਮਝ ਲਿਆ। ਨਹੀਂ ਭਾਈ, ਨੈਣੀ ਦੇਖਾਂ ਚੱਲ ਤੁਮਾਰਾ ਮਾਰਾ। ਇਹਨਾਂ ਨੈਣਾਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਮਹਾਰਾਜ ਆਪ ਜੀ ਦੇ ਚਲਤ, ਆਪ ਜੀ ਦੇ ਨਜ਼ਾਰੇ, ਆਪ ਜੀ ਦੇ ਕੀਤੇ ਹੋਏ ਕੌਤਕ, ਇਹ ਤੱਕਣਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਅੱਖਾਂ ਦੇ ਨਾਲ ਤੇਰਾ ਪਸਾਰਾ, ਤੇਰੀ ਸ਼ਕਤੀ, ਤੇਰੇ ਕੌਤਕਾਂ ਨੂੰ ਅਸੀਂ ਵੇਖ ਰਹੇ ਹਾਂ। ਕਰਨੀ ਸੁਣ ਸੁਣ ਮਨ ਤਨ ਹਰਿਆ। ਤੇ ਕੰਨਾਂ ਦੇ ਨਾਲ ਮਹਾਰਾਜ ਸੁਣ ਸੁਣ ਕੇ ਤੇਰੀ ਬਾਣੀ, ਸਾਡਾ ਮਨ ਹਰਿਆ ਭਰਿਆ ਹੁੰਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਨਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀ। ਮਹਾਰਾਜ ਜਦੋਂ ਅਸੀਂ ਤੇਰੀ ਬਾਣੀ ਸੁਣਦੇ ਆ ਤੇ ਸਾਡਾ ਮਨ ਹਰਿਆ ਭਰਿਆ ਹੋ ਜਾਂਦਾ ਹੈ। ਇਹ ਗੁਰਸਿੱਖ ਨਾਮ ਜਪਣ ਵਾਲੇ ਜਗਿਆਸੂ ਦੀ ਅਵਸਥਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਐਂ ਬਣਦੀ ਹੈ ਭਾਈ। ਪਰਮਾਤਮਾ ਦਾ ਨਾਮ ਸੁਣੀਏ, ਜਿੱਥੇ ਨਾਮ ਜਪੀਦਾ ਹੋਵੇ ਉੱਥੇ ਗੱਲਬਾਤ ਨਾ ਕਰੀਏ, ਤੇ ਜਿੱਥੇ ਨਾਮ ਜਪਣ ਵਾਸਤੇ ਕੋਈ ਉਤਸ਼ਾਹਤ ਕਰ ਰਿਹਾ ਹੋਵੇ ਉਹਦੇ 'ਚ ਖਿਆਮਤ ਨਾ ਪਾਈਏ। ਅਸੀਂ ਤੇ ਭਾਈ ਆਪਣੇ ਔਗੜ ਰਾਹਾਂ ਤੇ ਪੈ ਗਏ, ਇੱਕ ਦੂਜੇ ਦੀ ਨਿੰਦਿਆ, ਇੱਕ ਦੂਜੇ ਨੂੰ ਛੋਟਾ ਵਿਖਾਉਣ ਵਾਲੇ ਪਾਸੇ ਤੁਰ ਪਏ। ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਹੈ, ਜਿੱਥੇ ਗੁਰੂ ਕੇ ਪਿਆਰੇ ਨਾਮ ਰਸੀਏ, ਨਾਮ ਜਪਦੇ ਨੇ, ਉਹਨਾਂ ਤੋਂ ਬਲਿਹਾਰ ਜਾਈਏ, ਉਹਨਾਂ ਦਾ ਧੰਨਵਾਦ ਕਰੀਏ, ਉਹਨਾਂ ਤੋਂ ਕੁਝ ਸਿੱਖਣ ਦਾ ਯਤਨ ਕਰੀਏ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਕੰਨਾਂ ਦੇ ਨਾਲ ਮਹਾਰਾਜ ਤੇਰੀ ਬਾਣੀ ਸੁਣ ਕੇ ਸਾਡਾ ਮਨ ਹਰਿਆ ਭਰਿਆ ਹੁੰਦਾ ਹੈ। ਮੇਰੇ ਸਾਹਿਬ ਸਗਲ ਉਦਾਹਰਣਾ। ਮਹਾਰਾਜ ਮੇਰੇ ਸਾਹਿਬ ਮਾਲਕ, ਤੂੰ ਸਾਰੇ ਜੀਆਂ ਨੂੰ ਆਪ ਹੀ ਸੁਧਾਰਨ ਵਾਲਾ। ਮਹਾਰਾਜ ਸਾਡੇ ਵਿਗੜੇ ਹੋਏ ਮਨਾਂ ਨੂੰ ਤੂੰ ਸੁਧਾਰਨ ਵਾਲਾ ਹੈ। ਸਾਡੇ ਔਗਣਾਂ ਨਾਲ ਭਰਿਆ ਹੋਇਆ, ਕਿਉਂਕਿ ਸਾਡੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤੇ ਤੇਰੇ ਕੋਲੇ ਖਜ਼ਾਨਾ ਹੈ ਸਤ, ਸੰਤੋਖ, ਦਇਆ, ਧੀਰਜ, ਖਿਮਾ, ਵਿਚਾਰ। ਤੇ ਮਹਾਰਾਜ ਤੇਰੀ ਕਿਰਪਾ ਹੋਵੇ ਤੇ ਤੂੰ ਸਾਰੇ ਜੀਆਂ ਨੂੰ ਸੁਧਾਰ ਸਕਦਾ ਹੈ। ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਸਾਰੀ ਜ਼ਿੰਦਗੀ ਲੰਘ ਗਈ, ਸ਼ਰਾਬ ਪੀਂਦੇ ਆ, ਨਸ਼ੇ ਕਰਦੇ ਆ, ਜੂਏ ਖੇਲਦੇ ਆ, ਅੰਮ੍ਰਿਤ ਵੇਲਾ ਛੱਡਿਆ ਹੋਇਆ, ਨਿਤਨੇਮ ਕਰਦੇ ਨਹੀਂ, ਅੰਮ੍ਰਿਤ ਛਕਿਆ ਨਹੀਂ, ਤੇ ਹੁਣ ਕੀ ਕਰ ਲਵਾਂਗੇ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ ਸੁਆਮੀ ਸਗਲ ਸੁਧਾਰਨਾ। ਮਹਾਰਾਜ ਮੇਰੇ ਮਾਲਕ ਨੇ ਸਭ ਦਾ ਸੁਧਾਰ ਕਰਨ ਦੇਣਾ, ਜਿੰਨੇ ਮਰਜ਼ੀ ਵਿਗੜੇ ਹੋਈਏ, ਪਰ ਮਨ ਵਿੱਚ ਤਮੰਨਾ ਹੋਵੇ, ਮਨ ਵਿੱਚ ਸਿੱਖ ਹੋਵੇ, ਖਿੱਚ ਹੋਵੇ ਕਿ ਅਸੀਂ ਗੁਰੂ ਦੇ ਚਰਨੀ ਲੱਗਣਾ ਹੈ। ਤੇ ਫਿਰ ਪੁੱਛੋ ਭਾਈ ਨੰਦ ਲਾਲ ਨੂੰ,
ਭਾਈ ਨੰਦ ਲਾਲ ਜੀ ਕਹਿੰਦੇ ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਏ ਹਮਾਰਾ ਲਿਖੀ ਬਖੀਰੀ ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ। ਅੱਗੇ ਸਮਝ ਚੱਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ, ਬੀਤ ਗਈ ਤੇ ਪਛਤਾਵਾ ਛੱਡ ਦੋ, ਪਰ ਜਿਹੜੀ ਬੀਤ ਰਹੀ ਹੈ ਤੁਹਾਡੇ ਹੱਥ ਵਿੱਚ ਹੈ, ਇਹਨੂੰ ਸਾਂਭ ਲਓ, ਸਤਿਗੁਰੂ ਦਾ ਹੁਕਮ ਮੰਨ ਲਓ, 50 ਪਿਆਰਿਆਂ ਤੋਂ ਛਕੋ ਅੰਮ੍ਰਿਤ। ਅੱਜ ਅੰਮ੍ਰਿਤ ਸੰਚਾਰ ਹੋਣਾ ਗੁਰਮੁਖ ਪਿਆਰੇ, ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਤੇ ਸਤਿਗੁਰੂ ਦੀ ਕਿਰਪਾ ਹੋਵੇਗੀ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੋ। ਇਸ ਸਮੇਂ ਨੂੰ ਅਜਾਈ ਨਾ ਗਵਾਓ, ਇਹ ਬਾਰ-ਬਾਰ ਨਹੀਂ ਹੱਥ ਲੱਗਣਾ, ਸਤਿਗੁਰੂ ਦੀ ਰਹਿਮਤ ਕਿਰਪਾ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਾਰੇ ਔਗਣਾਂ ਨੂੰ ਸੁਧਾਰ ਕੇ ਸੁਭ ਗੁਣ ਬਖਸ਼ਣਹਾਰ ਹਨ। ਕਰ ਕਰ ਵਿਖ ਹੈ ਕੀਤਾ ਆਪਣਾ। ਮਹਾਰਾਜ ਤੂੰ ਸਾਰੇ ਕੌਤਕਾਂ ਨੂੰ ਕਰਕੇ ਜੇ ਤੁਹਾਡੇ ਆਪਣੇ ਕੀਤੇ ਹੋਏ ਨੇ ਤੇ ਸਾਡੇ ਰਾਹੀਂ ਮਹਾਰਾਜ ਇਸ ਸੰਸਾਰ ਦੁਨੀਆ ਦੇ ਰਾਹੀਂ ਆਪ ਹੀ ਉਹਨਾਂ ਕੌਤਕਾਂ ਨੂੰ ਵੇਖ ਰਿਹਾ ਹੈ। ਜੀਵ ਜੰਤ ਸੋਈ ਹੈ ਜਪਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਜੀਵ ਜੰਤ ਨੇ ਉਹ ਆਪੋ ਆਪਣੀ ਭਾਸ਼ਾ ਵਿੱਚ ਆਪੋ ਆਪਣੀ ਲਗਨ ਵਿੱਚ ਸੋਈ ਜੋ ਸੁਤੇ ਸਿੱਧ ਪ੍ਰਕਾਸ਼ਵਾਨ ਹੈ। ਸੋਈ ਦਾ ਅਰਥ ਹੈ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ, ਉਹ ਹੈ ਪਰਮਾਤਮਾ। ਉਸ ਪਰਮਾਤਮਾ ਨੂੰ ਜਪਦੇ ਨੇ ਸਾਰੇ, ਉਸ ਪਰਮਾਤਮਾ ਦਾ ਸਿਮਰਨ ਕਰਦੇ ਨੇ। ਆਪਣੀ ਕੁਦਰਤ ਆਪੇ ਜਾਣੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੀ ਕੁਦਰਤ ਨੂੰ ਕੋਈ ਜਾਣ ਸਕਦਾ? ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਨਹੀਂ ਨਾ ਸਮਝੇ ਤਾਂ ਜਪਜੀ ਸਾਹਿਬ ਪੜ੍ਹਦੇ ਰੋਜ਼, ਪਰ ਜਿਹੜੀ ਤੇਰੀ ਕੁਦਰਤ ਹੈ ਮਹਾਰਾਜ ਸੱਚੇ ਪਾਤਸ਼ਾਹ, ਜਿਹੜੀ ਤੂੰ ਕੁਦਰਤ ਰਚਾਈ ਹੋਈ ਹੈ, ਜਿਹਦੇ ਰਾਹੀਂ ਸਾਰੇ ਚਲਤ ਪੈਦਾ ਕੀਤੇ ਹੋਏ ਨੇ, ਉਹਨੂੰ ਤੂੰ ਆਪ ਹੀ ਜਾਣਦਾ, ਹੋਰ ਕੋਈ ਜਾਣ ਨਹੀਂ ਸਕਦਾ। ਨਾਦਰੀ ਨਾਦਰ ਨਿਹਾਲਣਾ। ਪਰ ਜਦੋਂ ਤੇਰੀ ਮਿਹਰ ਹੋ ਜਾਵੇ, ਤੇਰੀ ਨਦਰ ਹੋ ਜਾਵੇ ਮਹਾਰਾਜ ਸੱਚੇ ਪਾਤਸ਼ਾਹ, ਤੇਰੀ ਕਿਰਪਾ ਹੋ ਜਾਵੇ, ਤੇ ਫਿਰ ਨਦਰੀ ਨਦਰ ਨਿਹਾਲ ਕਰ ਦਿੰਦਾ, ਫਿਰ ਤੂੰ ਰਹਿਮਤ ਕਰ ਦਿੰਦਾ ਹੈ। ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਸੰਤ ਸਭਾ ਹੁੰਦੇ ਆ ਨਾ, ਤੇ ਉਹਦੇ ਪਾਸ ਆਪ ਵੀ ਸਜੇ ਹੁੰਦੇ, ਉਹ ਆਪ ਦੀ ਸ਼ਕਤੀ ਵਰਤਦੀ ਹੈ ਉੱਥੇ। ਆਨੰਦ ਮੰਗਲ ਹਰ ਚਲਤ ਤਮਾਸੇ। ਤੇ ਉੱਥੇ ਜਿੱਥੇ ਸੰਤਾਂ ਦੀ ਸਭਾ, ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਆਸਣ ਹੋਵੇਗਾ, ਜਿੱਥੇ ਉਹਨਾਂ ਦੀ ਸਭਾ ਹੋਵੇਗੀ, ਉਹਨਾਂ ਦੀ ਸੰਗਤ ਹੋਵੇਗੀ, ਤੇ ਉੱਥੇ ਅਨੇਕਾਂ ਹੀ ਪ੍ਰਕਾਰ ਦੇ ਮਹਾਰਾਜ ਆਪ ਜੀ ਦੇ ਕੌਤਕ ਵਰਤਦੇ ਨੇ। ਗੁਣ ਗਾਵਹਿ ਅਨਹਦ ਧੁਨ ਬਾਣੀ। ਕਿਉਂਕਿ ਉਹ ਹੱਦ ਤੋਂ ਰਹਿਤ ਪਰਮਾਤਮਾ ਦੇ ਜਿਹੜੇ ਗੁਣ ਨੇ, ਉਹਨਾਂ ਗੁਣਾਂ ਨੂੰ ਹਮੇਸ਼ਾ ਵਾਸਤੇ ਗਾਉਂਦੇ ਹਨ। ਕਹ ਨਾਨਕ ਦਾਸ ਚਿਤਾਰਣਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਿੱਥੇ ਤੇਰੇ ਸੰਤ ਭਗਤ ਨਾਮ ਰਸੀਏ ਗੁਰੂ ਕੇ ਪਿਆਰੇ ਨਾਮ ਜਪਣ ਵਾਲੇ ਬੈਠਦੇ ਨਾ, ਤੇ ਉੱਥੇ ਤੇਰੀ ਸ਼ਕਤੀ ਵਰਤਦੀ ਹੈ। ਉਹ ਅਣਹਦ ਗੁਣਾਂ ਦਾ ਗਾਇਨ ਕਰਦੇ ਨੇ, ਤੇ ਉੱਥੇ ਚਲਤ ਭਾਵ ਤੇਰੇ ਕੌਤਕ ਉੱਥੇ ਵਾਪਰਦੇ ਨੇ। ਤੇ ਮਹਾਰਾਜ ਐਸੀ ਕਿਰਪਾ ਕਰ, ਅਸੀਂ ਵੀ ਉੱਥੇ ਬੈਠ ਕੇ ਤੇਰੇ ਨਾਮ ਨੂੰ ਚੇਤੇ ਕਰੀਏ, ਨਾਮ ਚ ਤਾਰਨ, ਤੇਰੇ ਨਾਮ ਨੂੰ ਅਸੀਂ ਵੀ ਬੈਠ ਕੇ ਉੱਥੇ ਚੇਤੇ ਕਰੀਏ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ 8 ਪਦਿਆਂ ਦੀ ਵਿਆਖਿਆ ਇੱਥੋਂ ਤੱਕ ਕਰਵਾਈ ਹੈ। ਗੁਰੂ ਕੇ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਿੰਦਗੀ ਬਖਸ਼ੀ ਹੈ, ਬਾਰ-ਬਾਰ ਇਹ ਸਮੇਂ ਮਿਲਦੇ ਨਹੀਂ। ਆਪਾਂ ਇਹਨਾਂ ਸਮਿਆਂ ਨੂੰ ਸਫਲਾ ਕਰਨ ਵਾਸਤੇ ਉਦਮ ਕਰੀਏ। ਹਜੂਰ ਦਾ ਹੁਕਮ ਹੈ ਉਦਮ ਕਰਿੰਦਿਆ ਜੀਓ ਤੋਂ ਕਮਾਵੰਦਿਆ ਸੁਖ ਪਹੁੰਚ, ਧਿਆਇਂਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜਥੇਦਾਰ ਮਨਜੀਤ ਸਿੰਘ ਜੀ ਜੀਕੇ, ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ, ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਿੰਘ ਸਾਹਿਬ, ਔਰ ਨਾਲ ਹੀ ਧਰਮ ਪ੍ਰਚਾਰ ਦੇ ਸਾਰਾ ਹੀ ਜਿੰਨਾ ਸਾਡਾ ਅਮਲਾ ਫੈਲਾ, ਜਥੇਦਾਰ ਕਲਮੋਹਣ ਸਿੰਘ ਜੀ, ਪਰਮਜੀਤ ਸਿੰਘ ਜੀ ਰਾਣਾ, ਬੜੇ ਪਿਆਰ ਦੇ ਨਾਲ ਧਰਮ ਪ੍ਰਚਾਰ ਦੇ ਵਿੱਚ, ਪ੍ਰਚਾਰਕ ਸਰਗਰਮੀਆਂ ਦੇ ਵਿੱਚ ਬੜੇ ਰੁੱਝੇ ਨੇ, ਸਰਗਰਮ ਰਹਿੰਦੇ ਨੇ। ਸਤਿਗੁਰੂ ਜੀ ਹੋਰ ਵੀ ਕਿਰਪਾ ਕਰਨ, ਰਹਿਮਤ ਕਰਨ, ਗੁਰੂ ਕੀ ਬਾਣੀ ਦਾ ਪ੍ਰਸਾਰ ਸੰਚਾਰ ਆਪ ਕਰਵਾ ਲੈਣ। ਦਾਸ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਸਰਬੱਤ ਸੰਗਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਫਤਿਹ ਬੁਲਾਉਣੀ ਹੈ ਜੀ। ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ, ਆਨੰਦ ਮੰਗਲ ਹਰ ਚਲਤ ਤਮਾਸੇ। ਗੁਣ ਗਾਵਹਿ ਅਨਹਦ ਧੁਨ ਬਾਣੀ,
ਤਹ ਨਾਨਕ ਦਾਸ ਚਿਤਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।